संतन का संग पावो सो गगन में मन ना व्यापै आठ पैर गुण गावो स्वास्थ्य व्यवस्था हर की सेवा माध्यांत प्रभ जापन नानक रंग लगा परमेश्वर बहुत जन्म ना चापना तेरे आसरे मेरा बेटा जी गया तेरे आसरे है मेरा
कच्चो कंचन पयो सतगुर श्रवण सुनियो दिखते अमृत होयो नाम सतगुर मुख बणियो लोहियो होयो लाल नदर सतगुर जद तारै पाहन
ਗਿਆਨ ਗੁਰ ਕਹਿਓ ਵਿਚਾਰੈ। ਕਾਠੋ ਸ੍ਰੀ ਖੰਡ ਸਤਿਗੁਰ ਕੀਏ, ਦੁਖ ਦਰਿਦਰ ਤਨ ਕੇ ਗਏ। ਗੁਰ ਸਤਿਗੁਰ ਚਰਨ ਜਿਨ ਪਰਸਿਆ, ਗੁਰ ਸਤਿਗੁਰ ਚਰਨ ਜਿਨ ਪਰਸਿਆ। ਸੇ ਪਤ ਪ੍ਰੇਤ ਸੁਰ ਨਰ ਭਏ, ਆਪ ਮੁਕਤ ਮੋਇ ਤਾਰੇ ਜੀ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ, ਆਪ ਮੁਕਤ ਮੋਇ ਤਾਰੇ ਜੀ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ। ਆਪ ਮੁਕਤ ਮੋਇ ਤਾਰੇ ਜੀ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ, ਆਪ ਮੁਕਤ ਮੋਇ ਤਾਰੇ ਜੀ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ, ਐਸੇ ਗੁਨਾਹ ਤੋਂ ਬਾਰ ਬਾਰ ਜਾਈਏ। ਐਸੇ ਗੁਨਾਹ ਤੋਂ ਬਾਰ ਬਾਰ ਜਾਈਏ, ਐਸੇ ਗੁਨਾਹ ਤੋਂ ਬਾਰ ਬਾਰ ਜਾਈਏ। ਨਾਰਾਇਣ ਨਰਪਦ ਨਮਸਕਾਰੈ। ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਇ ਤਾਰੈ। ਕਵਨ 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 ਗੁਣ ਕਹੀਐ, ਅੰਤ ਨਹੀਂ ਕਿਛ ਪਾਰੈ। ਲੱਖ 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 ਕਈ ਕੋਰੈ, ਕੋ ਹੈ ਸੋ ਵਿਚਾਰੈ। ਵਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੈ। ਕਵ ਨਾਨਕ ਸੰਤਨ ਰਸ ਆਈ ਹੈ, ਜਿਉ ਚਾਕ ਗੂੰਗਾ ਮੁਸਕਾਰੈ।
ਸਾਧੂ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਨੂੰ ਭੁਲਾ ਕੇ ਸ਼ਹਿਨਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ। ਆਪਣੇ ਸ਼ਹਿਨਸ਼ਾਹ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ, ਜਗ੍ਹਾ ਦੀ ਕੋਈ ਖਿੱਲਤ ਨਹੀਂ ਹੈ। ਆਓ ਗੁਰੂ ਦੀ ਹਜ਼ੂਰੀ ਚ ਕਾਹਦੇ ਵਾਸਤੇ ਪਹੁੰਚੇ ਆ? ਕੋਈ ਏਮ ਤਾਂ ਹੋਣਾ ਹੀ ਆਪਣਾ। ਆ ਜਿਹੜੀ ਮਨੁੱਖਾਂ ਦੇ ਮਿਲੀ ਆ ਨਾ, ਇਸ ਨੂੰ ਸਫਲੀ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਚ ਆਓ। ਜਦ ਗੁਰੂ ਵਾਲਾ ਬਣੇਗਾ ਤਾਂ ਫਿਰ ਜਿਸ ਤਰ੍ਹਾਂ ਮਨੁੱਖਾਂ ਦੇ ਸਫਲੀ ਹੁੰਦੀ ਹੈ, ਜੋ ਸੂਲ ਰੱਬੀ ਜਾਂ ਬਦਾਨ ਕਹਿ ਲਓ ਜਾਂ ਤਰੀਕਾ, ਉਸ ਦੁਆਰਾ ਫਿਰ ਗੁਰੂ ਸਾਹਿਬ ਜੀ ਇਸ ਨੂੰ ਉਪਦੇਸ਼ ਕਰਨਗੇ। ਜਿਵੇਂ ਜਿਵੇਂ ਇਹ ਉੱਚਾ ਉੱਠਦਾ ਚਲਿਆ ਜਾਵੇਗਾ, ਉਪਦੇਸ਼ ਵੀ ਬਦਲੀ ਹੁੰਦਾ ਚਲਿਆ ਜਾਵੇਗਾ। ਜਦ ਜਨਮਾਂਤਰਾਂ ਦੇ ਵਿੱਚ ਭੜਕਦਾ ਹੋਇਆ ਅਗਿਆਨਤਾ ਦੇ ਵਸ ਹੋ ਕੇ ਪਾਪ ਕਰਦਾ ਆਇਆ ਜਿਹੜਾ ਜੀਵ ਹੈ, ਪਾਪ, ਤਾਂ ਫਿਰ ਗੁਰੂ ਸਾਹਿਬ ਜੀ ਪਹਿਲਾਂ ਇਸ ਨੂੰ ਪਾਪਾਂ ਤੋਂ ਬਰੀ ਕਰਨਗੇ। ਪਹਿਲਾਂ ਹੀ ਤਾਂ ਆਦਮੀ ਐਮਏ ਦੀ ਡਿਗਰੀ ਨਹੀਂ ਲੈ ਸਕਦਾ। ਪਹਿਲਾਂ ਕੱਚੀ 'ਚ ਬੈਠੇਗਾ, ਹੌਲੀ ਹੌਲੀ ਫਿਰ ਜੇ ਮਿਹਨਤ ਕਰੇਗਾ ਤਾਂ ਅੱਗੇ ਨੂੰ ਵਧੇਗਾ, ਨਹੀਂ ਫਿਰ ਖੜ ਜਾਵੇਗਾ ਜਿੱਥੇ ਤਾਈਂ ਮਿਹਨਤ ਕਰੇਗਾ। ਹਰ ਇੱਕ ਵਸਤੂ ਮੁਸ਼ੱਕਤ ਦੇ ਅਧੀਨ ਹੈ। ਇਵੇਂ ਪਰਮਾਰਥ ਵਾ ਜਿਹੜਾ, ਇਹ ਵੀ ਸਾਧਨਾ ਦੇ ਅਧੀਨ ਹੈ। ਸਾਧਨਾ ਜਦ ਗੁਰੂ ਵਾਲਾ ਬਣ ਜਾਵੇਗਾ
ਤਾਂ ਫਿਰ ਗੁਰੂ ਸਾਹਿਬ ਜੀ ਜਿਹੜੇ ਇਸ ਦੇ ਮਨ ਨੂੰ ਮੈਲ ਲੱਗੀ ਹੋਈ ਹੈ, ਹੁਣ ਆਪਾਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਨਾ ਹੈ ਵੀ ਆਪਾਂ ਨੂੰ ਮੈਲ ਕਿਹੜੀ ਲੱਗੀ ਹੋਈ ਹੈ। ਇਸ ਗੱਲ ਨੂੰ ਤਾਂ ਗੁਰੂ ਜਾਣਦਾ। ਗੁਰੂ ਸਾਹਿਬ ਨੇ ਆਪਾਂ ਨੂੰ ਚੇਤਾਵਨੀ ਕਰਾਈ ਆ ਗੁਰਬਾਣੀ ਦੇ ਵਿੱਚ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਕੋਈ ਆ ਜਨਮ ਦੀ ਨਹੀਂ ਲੱਗੀ ਹੋਈ, ਖਬਰਾ ਕਰਦਾ ਕਿ ਵਿਛੜਿਆ ਹੈ ਗੁਰੂ ਕੋਲੋਂ। ਖਬਰਾਂ ਕਿੰਨੀ ਵੇਲੇ ਇਸ ਨੂੰ ਮਨੁੱਖਾਂ ਦੇ ਮਿਲ ਕੇ ਇਸਨੇ ਪਾਪ ਕਰੇ ਨੇ। ਉਸ ਨੂੰ ਚੇਤਾਵਨੀ ਕਰਾਉਂਦਾ ਹੈ ਗੁਰੂ ਸਾਹਿਬ ਜੀ। ਐ ਰੂਹ ਜਨਮਾਂ ਜਨਮਾਤਰਾਂ ਦੇ ਵਿੱਚ ਘੁੰਮਦਾ ਆਇਆ, ਉਹਨਾਂ ਦੀ ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ, ਸਰੀਰ ਨਹੀਂ ਇੱਥੇ ਲਿਖਿਆ ਮਹਾਰਾਜ ਜੀ ਨੇ, ਨਹੀਂ, ਮਲ ਲਾਗੀ ਕਾਲਾ ਹੋਆ ਸ਼ਿਆ। ਇਤਨੀ ਮੈਲ ਲੱਗ ਗਈ ਮਾੜਿਆਂ ਫੁਰਨਿਆਂ ਦੀ, ਸ਼ਾਹ ਕਾਲਾ ਹੋ ਗਿਆ। ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾ। ਜੈਸੇ ਅੱਗੇ ਲੜਕੀਆਂ ਪਿੰਡਾਂ ਦੇ ਵਿੱਚ ਕੰਧ ਦੇ ਵਿੱਚ ਇੱਕ ਆਰਾ ਬਣਾਇਆ ਹੁੰਦਾ, ਜਿਹਨੂੰ ਭੜੋਲੀ ਵੀ ਕਹਿੰਦੇ ਨੇ, ਭੜੋਲੀ ਚੱਕ ਲੈਂਦੇ ਸਾਂ, ਉਹ ਕੰਧ 'ਚ ਪੱਟਿਆ ਹੁੰਦਾ ਤੇ ਇੱਕ ਖੁੱਡ ਜੀ, ਉਹਦੇ 'ਚ ਦੁੱਧ ਰੱਖਦੇ ਹੁੰਦੇ ਸੀ, ਫਿਰ ਪਾਥੀਆਂ ਪਾ ਕੇ। ਉਹ ਫਿਰ ਧੂਏ ਦੇ ਨਾਲ ਇਤਨੀ ਕੰਧ ਕਾਲੀ ਹੋ ਜਾਂਦੀ ਸੀ, ਸਾਰੀ ਕੰਧ ਵੱਢ ਦਿਓ, ਕਾਲਸ ਨਹੀਂ ਸੀ ਲੈਣੀ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਮਨ ਹੈ, ਇਸ ਨੂੰ ਵੀ ਜਨਮਾਂ ਜਨਮਾਤਰਾਂ ਦੀ ਮਲ ਲੱਗੀ ਹੋਈ ਆ, ਮੈਲੇ ਫੁਰਨੇ। ਜਿਆਦੇ ਮੈਲੇ ਫੁਰਨੇ ਕਰੇਗਾ ਮਾੜੇ, ਤੇ ਵੇ ਸਰੀਰ ਕਰਕੇ ਕਰਤੱਵ ਵੀ ਇਹ ਮਾੜਾ ਹੀ ਕਰੇਗਾ। ਉਹ ਫਿਰ ਕਰਤੱਵ ਦਾ ਫਲ ਮਿਲੇਗਾ। ਹੁਣ ਫਲ ਮਿਲਣ ਦਾ ਆਪਾਂ ਨੂੰ ਤਾਂ ਪਤਾ ਨਹੀਂ ਹੈ। ਜੇ ਆਪਾਂ ਨੂੰ ਇਸ ਗੱਲ ਦਾ ਪਤਾ ਹੋਵੇ, ਆਪਾਂ ਪਾਪ ਕਿਉਂ ਕਰੀਏ? ਜੇ ਕਿਸੇ ਦੇ ਹੱਥ ਦੇ ਵਿੱਚ ਦੀਵਾ ਹੈ, ਸਾਹਮਣੇ ਖੂਹ ਹੈ, ਜੇ ਉਹ ਹੱਥ ਦੀਵੇ ਹੁੰਦਿਆਂ ਖੂਹ ਦੇ ਵਿੱਚ ਡਿੱਗਦਾ, ਤਾਂ ਫਿਰ ਤਾਂ ਖੂਹ ਦੀ ਗਲਤੀ ਤਾਂ ਨਹੀਂ ਹੈ, ਫਿਰ ਤਾਂ ਉਹਦੀ ਗਲਤੀ ਹੈ। ਸਾਹਮਣੇ ਖੂਹ ਹੈ, ਹੱਥ 'ਚ ਦੀਵਾ ਹੈ। ਆਓ ਜਿਹੜਾ ਮਨ ਹੈ, ਇਹਨੂੰ ਸਭ ਗਿਆਨ ਲਿਖਿਆ ਵੀ ਹੈ, ਮਨ ਜਾਣਤ ਔਗਣ ਕਰੇ। ਕਹਿੰਦੇ ਜਾਣਦਾ ਬੁੱਝਦਾ ਵੀ ਫੇਰ ਨਹੀਂ ਪਾਪ ਕਰਨੋਂ ਹਟਦਾ। ਦੱਸੋ ਫਿਰ ਤਾਂ ਉਹੀ ਆ ਗਈ ਨਾ ਦੀਵਿਆ ਵਾਲੀ, ਹਾਥ ਦੀਵਕ ਕੂਏ ਪਰੇ ਕਾਹੇਗੀ ਕੁਸਲਾਤ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਲਿਖਿਆ ਗੁਰਬਾਣੀ ਦੇ ਵਿੱਚ। ਇਹ ਪਾਪ ਕਿਉਂ ਕਰਦਾ? ਇਸ ਦਾ ਮਨ ਆ ਜਿਹੜਾ ਮੈਲਾ ਹੋ ਗਿਆ। ਜਿਹੜੀ ਉਹ ਵਿਚਾਰ ਇਸ ਨੂੰ ਪਾਪਾਂ ਤੋਂ ਬਚਾਉਣ ਵਾਲੀ ਸੀ, ਉਹਦੇ ਉੱਤੇ ਕਾਲਸ ਆ ਗਈ। ਕਾਲਾ ਹੋਆ ਸ਼ਿਆ, ਖੰਡਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾ। ਦਾਦੇ ਨੇ ਵੀ ਇੱਕ ਕੋਲੂ ਹੁੰਦਾ ਸੀ, ਤੇਲੀਆਂ ਦਾ ਕੋਲੂ। ਅੱਜ ਕੱਲ ਤਾਂ ਮਸ਼ੀਨਰੀ ਤੇ ਚੱਲਦੇ ਨੇ ਨਾ ਕੋਲੂ। ਤੇਲੀ ਬਿਆਦਰੀ ਦੇ ਲੋਕ ਕੋਲੂ ਕੱਢ ਲੈਂਦੇ ਸਨ, ਲੱਕੜੀ ਦਾ ਹੁੰਦਾ ਸੀ ਉਹ ਕੋਲੂ। ਵਿਚਾਲਿਓ ਹੁੰਦਾ ਸੀ
ਪੋਲਾ ਕਰਿਆ ਖੋਲ ਕੇ ਉਹਦੇ 'ਚ ਫਿਰ ਇੱਕ ਲੱਠ ਕਢਾਉਂਦੇ ਸੀ ਲੱਕੜੀ ਦੀ। ਫਿਰ ਜਿਹੜੀ ਜਿਨਸ ਦਾ ਤੇਲ ਕੱਢਣਾ ਹੁੰਦਾ ਸੀ ਉਸ ਦੇ ਵਿੱਚ ਪਾ ਦਿੰਦੇ ਸੀ ਵਿੱਚ। ਫਿਰ ਉਸ ਨੂੰ ਪੈੜ ਜੀ ਬਣਾਈ ਹੁੰਦੀ, ਇੱਕ ਬੌਲ ਤੇ ਜੋੜ ਦਿੰਦੇ ਸੀ ਕੋਹਲੂ ਨੂੰ। ਆਪੋ ਆਪਣੇ ਕੰਮ ਦਾ ਹਰ ਇੱਕ ਨੂੰ ਗਿਆਨ। ਤੇ ਜਿਹੜਾ ਤੇਲ ਕੱਢਣਾ ਨਾ ਕੋਹਲੂ ਦੁਆਰਾ, ਇਹ ਵੀ ਗਿਆਨ। ਅੱਜ ਕੱਲ੍ਹ ਤਾਂ ਮਸ਼ੀਨਰੀ ਦਾ ਜ਼ਮਾਨਾ ਆ ਗਿਆ। ਤੁਸੀਂ ਬਦਾਮ ਸਿੱਟੀ ਜਾਓ, ਰੋਗ ਬਦਾਮ ਰੋਗ ਥੱਲੇ ਨਿਕਲੀ ਜਾਵੇਗਾ, ਫੋਟਕ ਦੂਏ ਪਾਸੇ ਜਾਈ ਜਾਵੇਗਾ। ਉਹ ਜਿਹੜਾ ਉਹ ਤੇਲ ਕੱਢਦਾ ਸੀ ਤੇਲੀ, ਉਹਦੀ ਫਿਰ ਇੱਕ ਲੀਰ ਹੁੰਦੀ ਸੀ, ਜਿਵੇਂ ਬੁੜੀਆਂ ਕੋਲ ਪਰੋਲਾ ਹੁੰਦਾ ਸੀ ਚੱਕੀ ਸਾਫ਼ ਕਰਨ ਵਾਲਾ। ਜਦ ਪੀ ਕੇ ਹਟਦੀਆਂ ਸੀ ਚੱਕੀ, ਜਿਹੜਾ ਆਟਾ ਗੰਢ ਦੇ ਵਿੱਚ ਪਿਆ ਰਹਿੰਦਾ ਸੀ ਨਾ, ਤਾਂ ਫਿਰ ਪਰੋਲੇ ਨਾਲ ਕੱਢ ਲੈਂਦੀਆਂ ਸੀ ਸਾਰਾ। ਉਹ ਜਿਹੜਾ ਤੇਲੀ ਕੋ ਇੱਕ ਲੀਰ ਹੁੰਦੀ ਸੀ, ਜਿਹਨੂੰ ਟਾਕੀ ਕਹਿੰਦੇ ਨੇ, ਉਹ ਕੋਹਲੂ ਸਾਫ਼ ਕਰਦਾ ਹੁੰਦਾ ਸੀ ਉਸ ਟਾਕੀ ਦੇ ਨਾਲ। ਉਹ ਹੋ ਜਾਂਦੀ ਸੀ ਠੰਡੀ। ਉਹ ਫਿਰ ਧੰਦਿਆਈ ਸਹਿਤ ਮੈਲ ਉਹ ਲੀਰ ਦੇ ਵਿੱਚ ਪੈਂਦੀ ਸੀ। ਇਸੇ ਤਰ੍ਹਾਂ ਹੀ ਮਨ ਆ ਜਿਹੜਾ, ਇਹਦੇ ਵਿੱਚ ਵੀ ਮੈਲ ਪਈ ਹੋਈ ਆ, ਬਹੁਤ ਜਨਮਾਂ ਜਨਮਾਤਰਾਂ ਦੀ ਪਈ ਹੋਈ ਆ। ਆਓ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ, ਪੜੋ ਪ੍ਰੇਮ। ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਲੱਗੀ ਜਨਮਾਂ ਜਨਮਾਂ ਦੀ। ਉਹ ਕਾਲਾ ਹੋ ਗਿਆ ਹੋ, ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਲੱਗੀ ਜਨਮਾਂ ਜਨਮਾਂ ਦੀ। ਉਹ ਕਾਲਾ ਹੋ ਗਿਆ ਹੋ, ਕਾਲਾ ਹੋ ਗਿਆ ਹੋ, ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਲੱਗੀ ਜਨਮਾਂ ਜਨਮਾਂ ਦੀ। ਕਾਲਾ ਹੋ ਗਿਆ ਹੋ, ਮਨ ਲੱਗੀ ਜਨਮਾਂ ਮਨ ਲੱਗੀ ਜਨਮਾਂ ਜਨਮਾਂ ਦੀ, ਮਨ ਲੱਗੀ ਜਨਮਾਂ ਜਨਮਾਂ ਦੀ। ਉਹ ਜਿਹੜਾ ਮਨ ਧੰਦਿਆਈ ਸਹਿਤ ਮੈਲ ਉਹ ਪਰੋਲੇ ਦੇ ਵਿੱਚ ਪਏਗੀ। ਜੇ ਉਸ ਨੂੰ ਫੋਕੇ ਪਾਣੀ ਨਾਲ ਧੋਣਾ ਚਾਹੀਏ, ਨਹੀਂ ਲਹੇਗੀ। ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ। ਕਹਿੰਦੇ 100 ਗਲੀ ਧੋ ਲੋ, ਕਦੇ ਸਾਫ਼ ਨਹੀਂ ਹੋਵੇਗੀ। ਜੇ ਤੁਸੀਂ ਸਾਬਣ ਲਾਵੋਗੇ ਨਾ, ਸਾਬਣ ਧੰਦਿਆਈ ਨੇ ਫੜ ਲੈਣਾ, ਨਹੀਂ ਸਾਫ਼ ਹੋਵੇਗੀ, ਨਹੀਂ ਮੈਲ ਲਹੇਗੀ।
ਇਸੇ ਤਰ੍ਹਾਂ ਹੀ ਜਿਹੜਾ ਮਨ ਹੈ, ਜਿਵੇਂ ਦੱਸਿਆ ਨਾ, ਚਿਕਨੇ ਘੜੇ ਤੇ ਕਦੇ ਪਾਣੀ ਨਹੀਂ ਖੜੇਗਾ। ਆਪਣਾ ਜਿਹੜਾ ਮਨ ਹੈ ਇਹ ਘੜੇ ਵੱਤ ਚਿਕਨਾ ਹੋਇਆ ਹੋਇਆ ਪਾਪ ਕਰਦਾ ਕਰਦਾ। ਗੁਰੂ ਦਾ ਜਿਹੜਾ ਉਪਦੇਸ਼ ਹੈ ਨਾ, ਸਾਫ਼ ਪਾਣੀ ਵੱਤ, ਇਹਦੇ ਉੱਤੇ ਇਹਦੇ 'ਚ ਸਮਾਉਂਦਾ ਹੀ ਨਹੀਂ, ਤਿਲਕ ਜਾਂਦਾ। ਯਾਨੀ ਮਨ ਜਿਹੜਾ ਬਾਣੀ ਨੂੰ ਨਹੀਂ ਫੜਦਾ। ਫੜਦਾ ਕਿਉਂ ਨਹੀਂ? ਇਹ ਚਿਕਣਾ ਹੋਇਆ ਹੋਇਆ ਪਾਪਾਂ ਕਰਕੇ ਕਾਲਾ। ਜਦ ਗੁਰੂ ਵਾਲਾ ਬਣੇਗਾ, ਫਿਰ ਜਿਹੜੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਨਾ, ਉਹ ਧੋਣ ਦੀ ਯੁਗਤੀ ਗੁਰੂ ਦੱਸੇਗਾ ਇਸ ਨੂੰ। ਨਾਲੇ ਸਾਬਣ ਵੀ ਦੇਵੇਗਾ ਧੋਣ ਵਾਸਤੇ। ਔਰ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਲਿਖਿਆ, ਪਾਪ ਬੁਰਾ। ਹੁਣ ਆਪਾਂ ਨੂੰ ਗੁਰੂ ਸਾਹਿਬ ਕਹਿੰਦੇ ਆ, ਇਨਸਾਨ ਪਾਪ ਬਹੁਤ ਬੁਰਾ, ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਜੇ ਤੂੰ ਨਹੀਂ ਬਚੇਗਾ ਪਾਪ ਕੋਲੋਂ, ਤੈਨੂੰ ਜਿੱਥੋਂ ਆਇਆ ਨਾ, ਤੂੰ ਜਿਹੜੀ ਦੁਨੀਆ ਦੇ ਵਿੱਚ ਉੱਥੇ ਲੈ ਜਾਵੇਗਾ। ਪੜੋ ਪ੍ਰੇਮ ਦੇ ਨਾਲ। ਪਾਪੀ ਕੋ ਪਿਆਰਾ ਪਾਪ ਬੁਰਾ, ਪਾਪੀ ਕੋ ਪਿਆਰਾ ਪਾਪ ਬੁਰਾ। पापी को प्यारा पाप बड़ा, पापी को प्यारा पाप बड़ा। पापी को प्यारा पापी को प्यारा ਸਾਹਿਬ ਜੀ ਦੱਸਦੇ ਨੇ ਵੀ ਪਾਪ ਬਹੁਤ ਬੁਰਾ ਹੈ, ਪਾਪ ਨਹੀਂ ਕਰਨਾ ਚਾਹੀਦਾ। ਹੁਣ ਪਾਪੀ ਸੁਣਦਾ ਹੈ ਨਾਲੇ ਪਾਪ ਕਰਦਾ।
ਉਹਦੇ ਤੇ ਅਸਰ ਕਿਉਂ ਨਹੀਂ ਹੋਇਆ? ਉਹਦੇ ਤੇ ਅਸਰ ਤਾਂ ਨਹੀਂ ਹੋਇਆ, ਉਸਦਾ ਮਨ ਇਤਨਾ ਠੰਡਾ ਹੋ ਗਿਆ ਨਾ, ਗੁਰੂ ਦਾ ਉਪਦੇਸ਼ ਉੱਥੇ ਕਾਟ ਹੀ ਨਹੀਂ ਕਰੇਗਾ। ਬਸ ਕੈਸੇ ਤੀਰ ਕਮਾਨ ਹੁੰਦਾ, ਤੀਰ ਕਮਾਨ, ਕੱਲਾ ਤੀਰ ਵੀ ਨਹੀਂ ਕੁਛ ਕਰ ਸਕਦਾ, ਕੱਲੀ ਕਮਾਨ ਵੀ ਨਹੀਂ ਕੁਛ ਕਰ ਸਕਦੀ। ਕਮਾਨ ਹੋਰ ਹੈ, ਤੀਰ ਹੋਰ ਹੈ, ਚਲਾਉਣ ਵਾਲਾ ਹੋਰ ਹੈ। ਜਿਹੜਾ ਤੀਰ ਹੈ ਨਾ, ਉਹ ਚਲਾਉਣ ਵਾਲਾ ਉਸ ਨੂੰ ਫਿਰ ਕਮਾਨ ਦੇ ਚਿੱਲੇ 'ਚ ਚਾੜਦਾ, ਚਿੱਲੇ 'ਚ ਚਾੜ ਕੇ ਫਿਰ ਉਹ ਬਾਣ ਨੂੰ ਮਾਰਦਾ ਅੱਗੇ। ਬਾਣ ਨੇ ਲੱਗਣਾ ਜ਼ਰੂਰ ਹੈ, ਉਹ ਲੱਗਣ ਵਾਲੀ ਵਸਤੂਆਂ ਦੇ ਵਿੱਚ ਫਰਕ ਹੈ। ਕਹਿੰਦੇ ਜੇ ਤਾਂ ਹੋਵੇਗਾ ਪੋਲਾ ਥਾਂ ਤਾਂ ਤੀਰ ਫਿਰ ਛੇਕ ਕਰ ਦੇਵੇਗਾ, ਉਸ ਦੇ ਵਿੱਚ ਹੀ ਖੁੱਭ ਜਾਵੇਗਾ। ਜੇ ਪੱਥਰ ਹੋਇਆ ਅੱਗੇ, ਤੀਰ ਲੱਗੇਗਾ ਜ਼ਰੂਰ ਜਾ ਕੇ, ਪਰ ਲੱਗ ਕੇ ਪਿੱਛੇ ਮੁੜਿਆ ਆਵੇਗਾ। ਔਰ ਇਸੇ ਤਰ੍ਹਾਂ ਹੀ ਗੁਰੂ ਹੈ, ਯਾਨੀ ਬਾਣੀ ਰੂਪੀ ਬਾਣ ਕਮਾਨ ਵਿਚਾਰ ਤੇ ਚਾੜ ਕੇ ਫਿਰ ਉਹ ਮਾਰਦਾ। ਜੇ ਤਾਂ ਮਨ ਹੈਗਾ ਪੱਥਰ ਰੂਪ ਮੈਲਾ ਕਾਲਾ, ਲੱਗੇਗਾ ਜ਼ਰੂਰ ਬਾਣੀ ਰੂਪੀ ਤੀਰ, ਪਰ ਉਹ ਪਿੱਛੇ ਮੁੜ ਆਵੇਗਾ, ਅਸਰ ਨਹੀਂ ਹੋਣਾ ਉਸਦਾ। ਜਿਹੜੇ ਨੇ ਬਰਾਗੀ ਹਿਰਦੇ ਵਾਲੇ, ਜਿਨ੍ਹਾਂ ਨੂੰ ਸ਼ੌਂਕ ਹੈ ਪਰਮੇਸ਼ਰ ਦੇ ਮਿਲਣ ਦਾ, ਕਹਿੰਦੇ ਘਾਹ ਕਰ ਦੇਵੇਗਾ। ਕਬੀਰ ਸਾਹਿਬ ਜੀ ਨੇ ਵੀ ਸ਼ਹਾਦਤ ਦਿੱਤੀ ਆ ਗੁਰੂ ਸਾਹਿਬ ਦੀ ਬਾਣੀ। ਕਬੀਰ ਸਤਿਗੁਰ ਸੂਰਮੇ, ਸਤਿਗੁਰ ਸੂਰਮਾ ਹੁੰਦਾ ਗੁਰਮੁਖ, ਕਈ ਕਿਸਮ ਦੇ ਸੂਰਮੇ ਨੇ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਵੀ ਸੂਰਮੇ ਦੱਸਿਆ ਗੁਰੂ ਸਾਹਿਬ ਨੇ। ਤੇ ਜਿਹੜੇ ਧਰਮ ਦੇ ਪਿੱਛੇ ਆਪਣੇ ਸਿਰ ਨੂੰ ਸਰੀਰ ਨੂੰ ਕੁਰਬਾਨ ਕਰਦੇ ਨੇ, ਉਹ ਵੀ ਸੂਰਮੇ ਨੇ। ਬਹੁਤ ਕਿਸਮ ਦੇ ਸੂਰਮੇ ਨੇ। ਇਹ ਵਿਚਾਰ ਦੁਆਰਾ ਪਤਾ ਲੱਗਦਾ, ਗੁਰੂ ਸਾਹਿਬ ਨੇ ਦੱਸਿਆ ਗੁਰਬਾਣੀ ਦੇ ਵਿੱਚ ਹੀ। ਕਬੀਰ ਸਾਹਿਬ ਜੀ ਕਹਿਣਗੇ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਮੋਹ ਗਿਰ ਪਰਾ, ਪਰਾ ਕਲੇਜੇ ਛੇਕ। ਕਹਿੰਦਾ ਰਾਮਾਨੰਦ ਗੁਰੂ ਪੂਰਾ ਬਰਮ ਗਿਆਨੀ, ਵਜਨ ਰੂਪੀ ਤੀਰ ਮਾਰਿਆ ਉਹਨਾਂ ਨੇ, ਮੇਰੇ ਕਾਲਜੇ ਦੇ ਵਿੱਚ ਹੀ ਗਲੀ ਕਰ ਦਿੱਤੀ। ਗਲੀ ਦੁਆਰਾ ਮੈਂ ਆਤਮਾ ਦੇ ਦਰਸ਼ਨ ਕਰ ਲਏ। ਪੜੋ ਪ੍ਰੇਮ ਨਾਲ। ਗੁਰਾਂ ਮੇਰੇ ਜੀ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ ਮਾਰਿਆ, ਸੰਗ ਤੇ ਮਾਰਿਆ
ਕਬੀਰ ਸਾਹਿਬ ਜੀ ਰਾਮਾਨੰਦ ਬਰਾਗੀ ਉਹਨਾਂ ਤੋਂ ਉਪਦੇਸ਼ ਹੋਇਆ ਕਬੀਰ ਸਾਹਿਬ ਜੀ ਨੂੰ। ਉਹ ਸਨ ਪੂਰੇ ਗੁਰੂ। ਪੂਰਾ ਕੌਣ ਹੈ? ਜਿਹੜਾ ਆਤਮਦਰਸ਼ੀ ਹੈ। ਅਧੂਰਾ ਕੌਣ ਹੈ? ਜਿਹੜਾ ਪਦਾਰਥਦਰਸ਼ੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਹੋਰ ਵੀ ਦੱਸਿਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਜਿਹਦਾ ਮਨ ਪੱਥਰ ਰੂਪ ਹੈ ਨਾ, ਉਹਦੀ ਬਾਬਤ ਗੁਰੂ ਸਾਹਿਬ ਜੀ ਦੱਸਦੇ ਨੇ ਗੁਰ ਪੂਰਾ। ਗੁਰੂ ਤਾਂ ਪੂਰਾ। ਹੁਣ ਅੱਗੇ ਜਿੱਥੇ ਹੁਕਮ ਨੇ ਜਾ ਕੇ ਬਸਣਾ ਜਾਂ ਲੱਗਣਾ, ਉਹ ਅਧੂਰੀ ਚੀਜ਼ ਹੈ। ਸਤਿਗੁਰ ਪੂਰਾ ਕਿਆ ਕਰੇ, ਜਉ ਸਿੱਖਾਂ में चूक अंधे एक ना लाग गई, जो बांस हो जाई फूक। गुरु साहब कहते जेड़े मैले मन ने ਉਹ ਨਹੀਂ ਫੜਦੇ ਉਪਦੇਸ਼ ਨੂੰ। ਕੈਸੇ ਨਹੀਂ ਫੜਦੇ? ਜੈਸੇ ਅੱਗੇ ਜ਼ਿਮੀਂਦਾਰ ਲੋਕ ਕਣਕ ਪੋਰ 'ਚ ਹੀ ਬੀਜਦੇ ਹੁੰਦੇ ਸੀ। ਅੱਜ ਕੱਲ੍ਹ ਪੋਰ ਨਹੀਂ ਹੈ। ਅਸੀਂ ਜਾਣਦੇ ਹਾਂ ਪੋਰਾਂ ਨੂੰ। ਜਾਂ ਪੁਰਾਣੇ ਇੱਥੇ ਬਜ਼ੁਰਗ ਹੋਣਗੇ 70 ਸਾਲ ਦੇ, ਉਹਨਾਂ ਨੂੰ ਵੀ ਪਤਾ ਵੀ ਪੋਰ ਲੱਕੜੀ ਦਾ ਵੀ ਹੁੰਦਾ ਸੀ, ਲੋਹੇ ਦਾ ਵੀ ਹੁੰਦਾ ਸੀ। ਉਹ ਜਿਹੜਾ ਪੋਰ ਹੁੰਦਾ ਸੀ, ਜਦ ਹਾੜੀ ਬੀਜਦੇ ਸੀ ਨਾ, ਮਣਾ ਮੂੰਹ ਕਣਕ ਉਹਦੇ ਵਿੱਚ ਹੀ ਲੱਖਦੀ ਸੀ। ਉਹਦੇ ਵਿੱਚ ਹੀ ਲੱਖ ਕੇ ਧਰਤੀ ਦੇ ਵਿੱਚ ਪੈਂਦੀ ਸੀ। ਉਸ ਬੀਜ ਨੂੰ ਧਰਤੀ ਫੜਦੀ ਸੀ, ਪਰ ਪੋਰ ਨੂੰ ਕੋਈ ਲਾਭ ਨਹੀਂ ਸੀ ਕਣਕ ਦਾ। ਇਸੇ ਤਰ੍ਹਾਂ ਹੀ ਜਿਹੜੇ ਸਿੱਖਾਂ ਦੇ ਮਨ ਮਾੜੇ ਨੇ, ਗੁਰੂ ਤਾਂ ਉਪਦੇਸ਼ ਕਰਦਾ ਗੁਰਮੁਖੋ, ਕਹਿੰਦੇ ਉਹਨਾਂ ਦੇ ਮਨ ਨੇ ਨਾ ਜਿਹੜੇ ਪੋਰਵਤ ਨੇ, ਪੋਰਵਤ ਪੜੋ ਪ੍ਰੇਮ ਨਾਲ। ਮਨ ਮੂਰਖ ਮੇਰਾ ਨਾ ਸਮਝੇ, 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 ਮਨ ਮੂਰਖ ਮੇਰਾ ਨਾ ਸਮਝੇ। ਪਿਆਰੇ ਗੁਰਬਾਣੀ ਸਮਝ ਆਵੇ, ਮਨ
ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ ਗੁਰਬਾਣੀ ਸਮਝਾਵੇ ਆਜੀ ਗੁਰਬਾਣੀ ਸਮਝਾਵੇ ਮਨ ਮੂਰਖ ਮੇਰਾ ਨਾ ਮਨ ਮੂਰਖ ਮੇਰਾ ਨਾ ਸਮਝੇ ਗੁਰਬਾਣੀ ਸਮਝਾਵੇ ਮਨ ਮੂਰਖ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ ਮਨ ਮੂਰਖ ਮੇਰਾ ਨਾ ਸਮਝੇ ਜਿਹੜਾ ਗੁਰੂ ਹੁੰਦਾ ਨਾ ਆਪੋ ਆਪਣੇ ਮਤਾਂ ਅਨੁਸਾਰ ਗੁਰੂ ਹੁੰਦੇ ਹਨ। ਉਹ ਫਿਰ ਆਪਣੀ ਉਮਤ ਨੂੰ ਉਪਦੇਸ਼ ਕਰਦਾ ਵੀ ਆਏ ਮੇਰੇ ਕਹਾਉਣ ਵਾਲੇ ਪ੍ਰੇਮੀਓ, ਤੁਸੀਂ ਚੰਗੇ ਕਰਤੱਵ ਕਰਿਆ ਕਰੋ, ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਜੇ ਤਾਂ ਉਪਦੇਸ਼ ਨੂੰ ਸੁਣ ਕੇ ਮੰਨ ਲਵੇਗਾ ਤਾਂ ਲਾਭ ਹੋ ਜਾਵੇਗਾ, ਜੇ ਨਹੀਂ ਮੰਨੇਗਾ ਫਿਰ ਅੱਗੇ ਦੱਸਿਆ ਬਈ ਜਿਹੜਾ ਮੂਰਖ ਹੁੰਦਾ ਨਾ, ਕਮਲਾ, ਉਹਨੂੰ ਸੋਝੀ ਨਹੀਂ ਹੁੰਦੀ ਬੁਰੇ ਔਰ ਭਲੇ ਦੀ। ਗੁਰੂ ਨੂੰ ਇਹ ਸੋਝੀ ਹੈ ਵੀ ਮਾੜਿਆ ਕਿਹੜਾ ਕਰਤੱਵ ਹੈ, ਚੰਗਾ ਕਿਹੜਾ ਕਰਤੱਵ ਹੈ। ਗੁਰੂ ਫਿਰ ਉਹ ਚੰਗੇ ਕਰਤੱਵ ਦਾ ਉਪਦੇਸ਼ ਕਰਦਾ ਆਪਣੇ ਜਿਗਿਆਸੂਆਂ ਨੂੰ। ਹੁਣ ਆਪਣਾ ਗੁਰੂ ਕੌਣ ਹੈ? ਗੁਰਬਾਣੀ। ਗੁਰਬਾਣੀ ਗੁਰੂ ਰੂਪ ਹੁੰਦੀ ਹੋਈ ਆਪਾਂ ਨੂੰ ਉਪਦੇਸ਼ ਕਰਦੀ ਹੈ। ਮਨ ਮੂਰਖਾ ਜੋ ਹੂੰ ਨਾ ਸਮਝਤ, ਸਿੱਖ ਦੇ ਹਾਰਿਓ ਨੀਤ। ਰੋਜ਼ ਗੁਰੂ ਉਪਦੇਸ਼ ਕਰਦਾ ਆਪਾਂ ਨੂੰ, ਪਰ ਆਪਣਾ ਮਨ ਇਤਨਾ ਮੈਲਾ ਹੋ ਗਿਆ, ਉਪਦੇਸ਼ ਨੂੰ ਇਹ ਨਹੀਂ ਫੜਦਾ ਗੁਰਮੁਖੋ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਗੁਰੂ ਹੈ ਨਾ, ਜਦ ਇਹ ਗੁਰੂ ਵਾਲਾ ਬਣ ਜਾਵੇਗਾ ਫਿਰ ਇਸ ਨੂੰ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਨਾ, ਫਿਰ ਉਸ ਪਾਸੇ ਨੂੰ ਪ੍ਰੇਰੇਗਾ। ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਮਨੁੱਖਾਂ ਦੇ ਬਾਬਤ ਕੀ ਦੱਸਦੇ ਨੇ? ਕੀ ਦੱਸਦੇ ਨੇ ਆਪਾਂ ਨੂੰ? ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ਼ ਦੇਹੀ ਪਾਈ। ਇਸ ਦੇਹੀ ਕੋ ਸਿਮਰਾਂ ਦੇਵ। ਦੇਵ ਤੇ ਲੋਕ ਨੇ ਜਿਨ੍ਹਾਂ ਨੂੰ ਆਪਣਾ ਵੀ ਜੀ ਕਰਦਾ ਵੀ ਆਪਾਂ ਸੁਰਗਾਂ 'ਚ ਚਲੇ ਜਾਈਏ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇਸ ਵਾਸਤੇ ਨਹੀਂ ਮਨੁੱਖਾਂ ਦੇ ਮਿਲੀ। ਆਪਾਂ ਨੂੰ ਤਾਂ ਗਿਆਨ ਨਹੀਂ ਨਾ, ਆਪਾਂ ਨੂੰ ਤਾਂ ਜੇ ਕੋਈ ਕਹੇ ਤੈਨੂੰ ਫਲਾਨੇ ਅਹੁਦੇ ਤੇ ਲਾ ਦਿੰਦੇ, ਆਪਾਂ ਜਿਹਦੇ ਕਿਰਪਾਨ ਲਾ ਕੇ ਕਿਲੇ ਤੇ ਟੰਗ ਦਾਂਗੇ, ਮੂੰਹ ਬਣਾ ਲਾਂਗੇ। ਦੱਸੋ, ਆਪਾਂ ਤਾਂ ਗਿਆਨੀ ਹੋਏ ਨਾ, ਆਪਾਂ ਤਾਂ ਮਾਦਾ ਪ੍ਰਸਤੀ ਹੋਏ ਨਾ। ਗੁਰੂ ਤਾਂ ਆਪਾਂ ਨੂੰ ਕੱਢਦਾ ਇੱਥੋਂ। ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ।
ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਹੁਣ ਇਹ ਜਾਣੂ, ਇਹਦਾ ਗਿਆਨ ਜੋ ਮਨੁੱਖਾਂ ਦੇ ਇਹਦੇ ਵਿੱਚ ਤਾਕਤ ਹੈ, ਆਪਾਂ ਨੂੰ ਗੁਰੂ ਹੀ ਜਣਾਉਂਦੇ ਨੇ ਨਾ, ਆਪਾਂ ਨੂੰ ਤਾਂ ਕੋਈ ਪਤਾ ਨਹੀਂ ਹੈ। ਪੜੋ ਪ੍ਰੇਮ ਦੇ ਨਾਲੇ ਦੱਸਿਆ, ਜਿਹੜੀ ਦੇਹ ਨੂੰ ਲੋਚਦੇ ਦੇਵਤੇ, ਜਿਹੜੀ ਦੇਹ ਨੂੰ ਲੋਚਦੇ ਦੇਵਤੇ, ਆਪਾਂ ਨੂੰ ਬੰਦਿਆ ਕੋਈ ਦੇ ਮਿਲ ਗਈ ਜਿਹੜੀ ਜਿਹੀ ਜੀ ਆਪਾਂ ਸੰਗਤ ਕਰਦੇ ਹਾਂ ਨਾ, ਤਾਂ ਫਿਰ ਮਨ ਦੇ ਵਿੱਚੋਂ ਇੱਛਾ ਪੈਦਾ ਕਰਦੇ ਆ ਬਈ ਸੁਰਗਾਂ ਦੇ ਵਿੱਚ ਬੜਾ ਸੁਖ ਹੈ, ਪੁੰਨਾਂ ਦਾ ਫਲ ਹੈ ਸੁਖ। ਜਿਆਦੇ ਪੁੰਨਾਂ ਦੀ ਇੱਛਾ ਰੱਖ ਕੇ ਦਾਨ ਕਰਦਾ, ਕਹਿੰਦੇ ਦਾਨ ਕਿਹਦੇ ਸੰਬੰਧ ਨਾਲ ਹੋਵੇਗਾ? ਸਰੀਰ ਦੇ ਸੰਬੰਧ ਨਾਲ, ਮਨੁੱਖਾ ਦੇ ਸੰਬੰਧ ਨਾਲ। ਜਿਹੜੀ ਰੂਹ ਹੈ ਨਾ, ਜਦ ਇਸ ਨੂੰ ਫੁਰਨਾ ਕਿਸੇ ਦੀ ਸੰਗਤ ਦੁਆਰਾ ਵੀ ਸੁਰਗਾਂ 'ਚ ਬੜਾ ਸੁਖ ਹੈ, ਫਿਰ ਇਹ ਪੁੰਨ ਕਰਨੇ ਸ਼ੁਰੂ ਕਰਦਾ। ਪਰ ਗੁਰੂ ਹੈ ਸਰਵੱਗ ਗੁਰਬਾਣੀ। ਹੁਣ ਆਪਾਂ ਨੂੰ ਤਾਂ ਇਹ ਗਿਆਨ ਨਹੀਂ ਨਾ ਵੀ ਸੁਰਗਾਂ ਦੇ ਉੱਤੋਂ ਫੇਰ ਆਪਾਂ ਨੂੰ ਗਿਰਾਇਆ ਜਾਵੇਗਾ ਉੱਥੋਂ। ਇਹ ਗਿਆਨ ਕਿਹਨੂੰ ਹੈ? ਇਹ ਗਿਆਨ ਹੈ ਜੋ ਸਾਹਮਣੇ ਪ੍ਰਕਾਸ਼ ਆ ਆਪਣਾ ਗੁਰੂ, ਉਹੀ ਆਪਾਂ ਨੂੰ ਉਪਦੇਸ਼ ਕਰਦਾ ਨਾ ਬਈ ਜਿਹੜੀ ਜਿਹੀ ਆਏ ਜੀਵ ਹੈ ਰੂਹ ਤੈਨੂੰ ਪ੍ਰਾਪਤ ਹੋ ਗਈ ਇਨਸਾਨ,
ਤੂੰ ਇਸ ਨੂੰ ਭੰਗ ਦੇ ਭਾਣੇ ਗਵਾਈ ਜਾਨਾ ਹੈ। ਇਹਦੀ ਤਾਂ ਬਹੁਤ ਵੱਡੀ ਵੈਲਿਊ ਹੈ। ਇਸ ਦੇਹੀ ਨੂੰ ਤਾਂ ਉਹ ਜਿਹੜੇ ਦੇਵਤੇ ਸੀ ਉਹਨਾਂ ਨੂੰ ਇਹ ਗਿਆਨ ਨਹੀਂ ਸੀ। ਇੱਥੇ ਜੇ ਕਿਤੇ ਗਿਆਨ ਹੋ ਜਾਂਦਾ ਉੱਥੇ ਨਹੀਂ ਫਿਰ ਵਸਤੂ ਪ੍ਰਾਪਤ ਹੋਵੇਗੀ। ਹਾਂ, ਸਰੀਰ ਦੇ ਹੁੰਦਿਆਂ ਇਸ ਨੂੰ ਗਿਆਨ ਹੋ ਜਾਵੇ ਬਈ ਇਹ ਤਾਂ ਪਰਮੇਸ਼ਰ ਦੇ ਮਿਲਣ ਵਾਸਤੇ ਮਿਲੀ ਹੈ ਇਹ ਜਿਹੜੀ ਮਨੁੱਖਾ ਦੇਹ ਹੈ, ਤਾਂ ਫਿਰ ਇਹ ਪੁੰਨਦਾਨ ਦੀ ਇੱਛਾ, ਸੁਰਗਾਂ ਦੀ ਇੱਛਾ ਰੱਖ ਕੇ ਦਾਨ ਨਹੀਂ ਕਰੇਗਾ। ਆਓ ਫਿਰ ਇਹ ਆਤਮਾ ਨੂੰ ਮਿਲਣ ਵਾਸਤੇ ਇਹ ਗੁਰੂ ਵਾਲਾ ਬਣ ਕੇ ਸਾਧਨਾ ਕੀ ਅਭਿਆਸ ਕਰੇਗਾ। ਇਹ ਜੀਵ ਦਾ ਸਰੀਰ ਨਾਲ ਸੰਬੰਧ ਹੈ। ਸਰੀਰ ਦੇ ਸੰਬੰਧ ਕਰਕੇ ਜਿਹੀ ਜੀ ਇੱਛਾ ਰੱਖ ਕੇ ਕਰਨਾ, ਫੁਰਨਾ ਰੱਖ ਕੇ ਅਭਿਆਸ ਕਰੇਗਾ, ਇਹ ਫਿਰ ਉਸੇ ਲੋਕ ਨੂੰ ਚਲਿਆ ਜਾਵੇਗਾ। ਹੁਣ ਜਿਹੜੇ ਆ ਪਾਪ ਕਰਦੇ ਨੇ ਉਹਨਾਂ ਨੇ ਸਰੀਰ ਸੰਬੰਧ ਕਰਕੇ ਮਨ ਨੇ ਪਾਪਾਂ ਨੂੰ ਇਹ ਚੰਗਾ ਮੰਨ ਲਿਆ ਨਾ, ਫਿਰ ਜਿਹੜਾ ਪਾਪਾਂ ਦਾ ਫਲ ਹੈ ਉਹ ਜੀਵ ਨੂੰ ਹੀ ਮਿਲੇਗਾ, ਉਹ ਫਿਰ ਨਰਕਾਂ ਨੂੰ ਚਲਿਆ ਜਾਵੇਗਾ। ਫਿਰ ਆ ਗਏ ਪੁੰਨੀ, ਅੱਗੇ ਉਹ ਇੱਛਾ ਰੱਖਦੇ ਨੇ ਵੀ ਸਵਰਗ ਦੇ ਵਿੱਚ ਬੜਾ ਸੁੱਖ ਹੈ, ਉਹ ਫਿਰ ਪੁੰਨ ਕਰਨੇ ਸ਼ੁਰੂ ਕਰ ਦਿੰਦੇ ਨੇ, ਉਹ ਫਿਰ ਸੁਰਗਾਂ 'ਚ ਚਲੇ ਜਾਂਦੇ ਨੇ। ਉਹ ਵੀ ਸਦੀਵੀ ਸੁੱਖ ਨਹੀਂ ਹੈ, ਤਬਦੀਲੀ ਪਜੀਰ ਹੈ। ਉੱਥੋਂ ਫਿਰ ਗਿਰਾਇਆ ਜਾਂਦਾ, ਜਦੋਂ ਪੁੰਨ ਕੀਤੇ ਹੋਏ ਫਲ ਉਸ ਨੂੰ ਪੂਰਾ ਮਿਲ ਜਾਂਦਾ ਤਾਂ ਉਹ ਫਿਰ ਗਿਰਾਇਆ ਜਾਂਦਾ ਉੱਥੋਂ। ਆਪਾਂ ਨੂੰ ਗੁਰਬਾਣੀ ਕਹਿੰਦੀ ਹੈ ਨਹੀਂ, ਗਿਰਨ ਵਾਲੀ ਅਵਸਥਾ 'ਚ ਨਹੀਂ ਜਾਣਾ ਗੁਰਸਿੱਖਾ ਤਾਂ ਨਾ ਨਾ, ਤੂੰ ਤਾਂ ਉੱਥੇ ਜਾ, ਨਾ ਗਿਰਨਾ ਨਾ ਫਿਰ ਦੁੱਖ ਪ੍ਰਾਪਤ ਹੋਵੇ। ਪੜੋ ਪ੍ਰੇਮ ਦੇ ਨਾਲ ਇੱਛਾ ਸਵਰਗ ਦੀ ਕਦੇ ਨਾ ਬਈ ਕਰੀ, ਡਰੀਏ ਨਾ ਨਰਕਾ
ਦੱਸਿਆ ਵੀ ਜਿਹੜਾ ਗੁਰੂ ਵਾਲਾ ਗੁਰੂ ਸਾਹਿਬ ਜੀ ਉਹਨੂੰ ਉਪਦੇਸ਼ ਕਰਦੇ ਨੇ ਸਿੱਖ ਨੂੰ, ਬਈ ਨਰਕਾਂ ਤੋਂ ਕੌਣ ਡਰਦਾ? ਪਾਪੀ ਐ ਸਿੱਖਾ, ਤੈਂ ਨਹੀਂ ਪਾਪ ਕਰਨਾ। ਬਸ ਫਿਰ ਤੈਨੂੰ ਡਰ ਕਾਹਦਾ ਰਹਿ ਗਿਆ ਨਰਕਾਂ ਦਾ? ਨਰਕਾਂ ਦੇ ਵਿੱਚ ਪਾਪੀ ਹੋਈ ਜਾਂਦਾ ਨਾ, ਪੁੰਨੀ ਵੀ ਨਹੀਂ ਜਾਂਦਾ ਨਰਕਾਂ 'ਚ। ਤਾਂ ਸਿੱਖ ਨੇ ਤਾਂ ਕੀ ਜਾਣ। ਹਾਂ ਜੇ ਪਾਪ ਕਰੂਗਾ ਫਿਰ ਜਾਊ ਜ਼ਰੂਰ। ਅਸੂਲ ਹੈ ਗੁਰੂ ਦਾ, ਗੁਰਬਾਣੀ ਦਾ। ਤੇ ਵੇ ਸੁਰਗ ਦੀ ਇੱਛਾ, ਗੁਰੂ ਸਾਹਿਬ ਜੀ ਕਹਿੰਦੇ ਨਹੀਂ ਇੱਛਾ ਕਰਨੀ ਸੁਰਗ ਦੀ। ਕਿਉਂ? ਉਹ ਸੁਰਗ ਦੇ ਵਿੱਚੋਂ ਗਿਰਾਏ ਜਾਂਦੇ ਨੇ। ਜੇ ਇੱਛਾ ਕਰੂਗਾ ਤਾਂ ਹੀ ਸੁਰਗ 'ਚ ਜਾਊ, ਤਾਂ ਹੀ ਗਿਰੂਗਾ ਨਾ। ਗੁਰੂ ਕਹਿੰਦੇ ਇੱਛਾ ਹੀ ਨਹੀਂ ਕਰਨੀ। ਕਬੀਰ ਸਾਹਿਬ ਜੀ ਨੇ ਵੀ ਗੁਰੂ ਸਾਹਿਬ ਦੀ ਸਚਾਈ ਨੂੰ ਅੱਗੇ ਪ੍ਰਗਟ ਕੀਤਾ। ਕਬੀਰ ਨਰਕ ਸੁਰਗ ਤੇ ਮੈਂ ਰਹਿਓ। ਕਬੀਰ ਸਾਹਿਬ ਜੀ ਕਹਿੰਦੇ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਸੱਚ ਹੈ। ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੇ ਉਪਦੇਸ਼, ਸਤਿਗੁਰ ਕੇ ਪ੍ਰਸਾਦ। ਸਤਿਗੁਰ ਕੇ ਪ੍ਰਸਾਦ, ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ। ਜਾਂ ਗੁਰੂ ਖੁਸ਼ ਹੋਊਗਾ ਤਦੇ ਹੀ ਕੁਛ ਦੇਵੇਗਾ। ਜਿਹੜਾ ਜਪਾ ਹੈ ਜਪਾ, ਉਹ ਜਦ ਗੁਰੂ ਖੁਸ਼ ਹੋਵੇਗਾ ਫੇਰ ਸਿੱਖ ਨੂੰ ਦੇਵੇਗਾ। ਇੱਕ ਤਾਂ ਜਾਪ ਆ ਨਾ, ਇੱਕ ਜਪਾ ਹੈ ਅੱਗੇ। ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇ ਰਹੋ ਅੰਤ ਹਰ ਰਾਤ। ਕਹਿੰਦਾ ਮੈਂ ਹੁਣ ਰਾਮਾਨੰਦ ਜੀ ਦੀ ਕਿਰਪਾ ਦੁਆਰਾ ਉਹ ਮੇਰੇ ਤੇ ਪ੍ਰਸੰਨ ਹੋਏ। ਪ੍ਰਸਾਦ ਕਹਿੰਦੇ ਨੇ ਖੁਸ਼ੀ ਹੋ ਜਾਣੀ ਗੁਰੂ ਦੀ। ਉਹ ਉਹਨਾਂ ਨੇ ਮੇਰੀ ਸੁੱਤ ਨੂੰ ਚੱਕ ਕੇ ਨਰਕ ਸੁਰਗ ਇਹਨਾਂ ਤੋਂ ਅੱਗੇ ਜੋ ਨਿਰਾਕਾਰ ਵਾਹਿਗੁਰੂ ਹੈ ਨਾ, ਜਿੱਥੇ ਇਹਨਾਂ ਦਾ ਪਰਛਾਵਾਂ ਵੀ ਨਹੀਂ ਜਾ ਸਕਦਾ, ਉਹਦੇ ਵਿੱਚ ਮੇਰੀ ਸੁਰਤ ਲੀਨ ਕਰ ਦਿੱਤੀ। ਇਹੋ ਕਹਿੰਦੇ ਨੇ ਪੜੋ ਪ੍ਰੇਮ ਨਾਲ। ਰੱਖੀ ਚਰਨਾਂ ਦੇ ਨਾਲ ਜੋੜ ਰੱਖੀ ਚਰਨਾਂ ਦੇ ਨਾਲ ਜੋੜ ਚਰਨਾਂ ਦੀ ਮਾਂ
ਸਰੀਰ ਦੇ ਸੰਬੰਧ ਕਰਕੇ ਇਸਨੇ ਕੋਈ ਅਵਸਥਾ ਪ੍ਰਾਪਤ ਕਰ ਲੋ, ਪਾਪ ਕਰ ਲੋ, ਨਰਕਾਂ ਨੂੰ ਜਾਵੇਗਾ, ਪੁੰਨ ਕਰ ਲੋ, ਸੁਰਗਾਂ ਨੂੰ ਜਾਵੇਗਾ, ਨਿਰਛਤ ਭਜਨ ਕਰ ਲੋ, ਆਤਮਾ ਦੇ ਵਿੱਚ ਚਲਿਆ ਜਾਵੇਗਾ। ਆਓ ਜਿਹੜੀ ਮਨੁੱਖਾ ਦੇ ਮਿਲੀ ਆ ਨਾ, ਇਹ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਮਿਲੀ ਹੈ। ਆਓ ਨੰਦ ਲਾਲ ਜੀ ਕਲਗੀਧਰ ਮਹਾਰਾਜ ਜੀ ਦੇ ਅਨੰਨ ਸਿੱਖ ਹੋਏ ਨੇ, ਉਹ ਵੀ ਚੇਤਾਵਨੀ ਕਰਾਉਂਦੇ ਨੇ ਉਮਰ ਉਹ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈਂ ਵਿੱਚ ਗੁਜਰੇ ਪਾਉਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਵਿੱਚ ਇਸ ਨੀਲੇ ਹੁਜਰੇ, ਸੰਜ ਤੇ ਫਜਰੇ। ਨੰਦ ਲਾਲ ਜੀ ਕਹਿੰਦੇ ਮਨੁੱਖਾ ਦੇ ਮਿਲੀ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ, ਉਹੀ ਉਮਰ ਲੇਖੇ ਦੇ ਵਿੱਚ ਆਵੇਗੀ ਜਿਹੜੀ ਸਾਈਂ ਦੇ ਭਜਨ ਔਰ ਯਾਦ ਵਿੱਚ ਗੁਜਰੇਗੀ, ਸੇਵਾ ਦੇ ਵਿੱਚ ਗੁਜਰੇਗੀ। ਪੜੋ ਪ੍ਰੇਮ ਦੇ ਨਾਲ, ਤੇ ਲੇਖੇ ਹੈ ਸਾਰੀ ਹੋਰ ਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜਰੇ ਪਾਉਂਦੀ ਆਏ ਕੜੀਆਂ ਲੇਖੇ ਜਾਉਂਦੀਆਂ ਨੇ ਹੋਰ ਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੇ ਵਿੱਚ ਗੁਜਰੇ ਪਾਉਂਦੀ ਗੁਜਰੇ ਹੋਰ ਹਾਂ ਮਨੁੱਖਾ ਸਰੀਰ ਆ ਨਾ, ਇਹਦੀ ਉਮਰ ਆ। ਭਾਈ ਨੰਦ ਲਾਲ ਜੀ ਕਹਿਣਗੇ ਉਮਰ ਉਹੀ ਲੇਖੇ ਵਿੱਚ ਹੈ, ਉਸੇ ਉਮਰ ਦੀ ਕੀਮਤ ਪੈਣੀ ਆ ਪਰਮੇਸ਼ਰ ਦੇ ਦੇਸ਼ ਦੇ ਵਿੱਚ ਜਾ ਕੇ, ਜਿਹੜੀ ਪਰਮੇਸ਼ਰ ਦੇ ਬਸਲ ਦੇ ਵਿੱਚ ਗੁਜ਼ਰੀ ਹੈ,
ਬਾਕੀ ਦਾ ਕੋਈ ਮੁੱਲ ਨਹੀਂ ਪੈਣਾ ਉੱਥੇ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਦਾ ਭਲਾ ਕਰਦੇ ਕਰਦੇ ਪਿੰਡ ਦੇ ਬਾਹਰ ਦਰਖਤ ਹੇਠ ਬੈਠ ਗਏ। ਮਰਦਾਨੇ ਨੂੰ ਕਹਿੰਦੇ ਰਵਾਬ ਉਠਾ ਮਰਦਾਨੇ, ਯਾਨੀ ਯਥਾਰਥ ਬਾਣੀ ਹੈ ਜਿਹੜੀ, ਉਹ ਫਿਰ ਸ਼ਬਦ ਉਚਾਰਨ ਕਰਿਆ ਵੀ ਸਾਰੇ ਮੋਹਣੇ ਮੋਹਣਾ। ਪੜੋ ਪ੍ਰੇਮ ਨਾਲ ਪਰਮੇਸ਼ਰੇ ਵਾਹਿਗੁਰੂ। ਤੋਹੀ ਮੋਹਨਾ ਤੋਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਦੀ ਸਮਾਪਤੀ ਤੋਂ ਮਰਦਾਨੇ ਨੇ ਰਵਾਬ ਮੋਢੇ ਨਾਲ ਲਾ ਕੇ ਥੱਲੇ ਰੱਖ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧਿਸ਼ਟ ਹੋ ਗਏ। ਦੋ ਕਿਸਮ ਦੀ ਸਮਾਧੀ ਹੈ, ਇੱਕ ਸਾਵਿਕਲਪ ਹੈ, ਇੱਕ ਨਿਰਵਿਕਲਪ ਹੈ। ਸਾਵਿਕਲਪ ਸਮਾਧੀ ਤਾਂ ਲੱਗਦੀ ਹੈ ਭਜਨ ਕਰਨ ਵਾਲੇ ਗੁਰਸਿੱਖਾਂ ਦੀ, ਤੇ ਜਿਹੜਾ ਗੁਰੂ ਹੁੰਦਾ ਉਹ ਨਿਰਵਿਕਲਪ ਸਮਾਧੀ ਦੇ ਵਿੱਚ ਹੁੰਦਾ ਹਮੇਸ਼ਾ। ਜਿਹੜਾ ਉਹ ਸਿੱਖਾ ਕਰਦਿਆਂ ਕਰਦਿਆਂ ਫਿਰ ਉਹ ਵੀ ਉਸੇ ਅਵਸਥਾ 'ਚ ਚਲਿਆ ਜਾਵੇਗਾ। ਮਹਾਰਾਜ ਜੀ ਸਮਾਧਿਸ਼ਟ ਹੋ ਕੇ ਬੈਠ ਕੇ ਮਰਦਾਨਾ ਉੱਠਿਆ, ਟਹਿਲਣ ਲੱਗ ਗਿਆ। ਟਹਿਲਦਾ ਟਹਿਲਦਾ ਪਿੰਡ ਕੰਨੀ ਨੂੰ ਚਲਿਆ ਗਿਆ। ਅੱਗੇ ਚਾਰ ਦੀਵਾਰੀ ਹੈ, ਬੜਾ ਸਾਰਾ ਦਰਵਾਜ਼ਾ ਲੱਗਿਆ ਹੋਇਆ, ਜਿਵੇਂ ਆ ਜਿਹੜੇ ਅੰਗਰੇਜ਼ ਲੋਕ ਨੇ ਇਹਨਾਂ ਦੀਆਂ ਜਿਹੜੀਆਂ ਕਬਰਾਂ ਨੇ, ਇਹ ਵੀ ਕਿਸੇ ਤਰੀਕੇ ਸਿਰ ਬਣਾਉਂਦੇ ਨੇ। ਵਿੱਚ ਸੜਕਾਂ ਨੇ, ਚਾਰ ਦੀਵਾਰੀ ਹੈ, ਦਰਵਾਜ਼ਾ ਲੱਗਿਆ ਹੋਇਆ।
ਤੇ ਆਪੋ ਆਪਣੇ ਸੰਬੰਧੀਆਂ ਦੀਆਂ ਜਿਹੜੀਆਂ ਕਬਰਾਂ ਨੇ ਉੱਥੇ ਫੁੱਲ ਰੱਖੇ ਹੋਏ ਨੇ ਇਹਨਾਂ ਦੇ। ਐਤਵਾਰ ਨੂੰ ਜਾਂਦੇ ਨੇ ਉੱਥੇ ਫਿਰ ਤੁਰੇ ਆਉਂਦੇ ਨੇ। ਆਏ ਹੂ ਤਾਂ ਉੱਥੇ ਕੁਛ ਨਹੀਂ ਹੂੰ, ਆਓ ਤਾਂ ਰੂਹ ਤਾਂ ਜਦ ਨਿਕਲ ਗਈ ਗੁਰਮੁਖੋ ਕਰਮਾਂ ਅਨੁਸਾਰ ਉਹ ਤਾਂ ਖਬਰ ਨਹੀਂ ਕਿੱਧਰ ਨੂੰ ਚਲੀ ਜਾਣੀ। ਜਾਣੀ ਇਸ ਤਰ੍ਹਾਂ ਦਾ ਇਹਨਾਂ ਦਾ ਹੈ। ਇਹ ਉਹ ਦਰਵਾਜ਼ੇ ਤੇ ਹੀ ਅੰਦਰ ਚਲਿਆ ਗਿਆ ਮਰਦਾਨਾ। ਹੁਣ ਉਹ ਕਬਰਾਂ ਬਣੀਆਂ ਹੋਈਆਂ ਨੇ, ਫੱਟੇ ਲੱਗੇ ਹੋਏ ਨੇ, ਨਾਂ ਲਿਖੇ ਹੋਏ ਨੇ, ਉਮਰ। ਪੜ੍ਹਦਾ ਰਿਹਾ, ਪੜ੍ਹਦਾ ਗਿਆ, 20 ਸਾਲ ਤੋਂ ਜ਼ਿਆਦਾ ਉਮਰ ਨਹੀਂ ਉੱਥੇ ਲਿਖੀ ਹੋਈ ਕਿਸੇ ਦੀ। ਹੈਰਾਨ ਹੋ ਗਿਆ ਵੀ ਇਹ ਪਿੰਡ ਦਾ ਵਾਧਾ ਕੈਸੇ ਹੁੰਦਾ ਹੋਵੇਗਾ, 20 ਸਾਲ ਦਾ ਅੱਗੇ ਉਮਰ ਨਹੀਂ ਹੈ ਕੋਈ। ਖੈਰ ਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧੀ ਤੋਂ ਉਥਾਨ ਹੋਏ। ਪੁੱਛਿਆ ਮਹਾਰਾਜ ਜੀ ਮੈਨੂੰ ਸ਼ੰਕਾ ਪੈਦਾ ਹੋ। ਕਹਿੰਦੇ ਕੀ ਮਰਦਾਨਿਆ? ਕਹਿੰਦੇ ਆ ਸਾਹਮਣੇ ਕਬਰਸਤਾਨ ਹੈ, ਪਿੰਡ ਵਾਲਿਆਂ ਦਾ ਹੀ ਹੋਣਾ। ਮਹਾਰਾਜ ਜੀ ਕਹੇ ਹਾਂ ਇਹ ਪਿੰਡ ਦਾ ਹੀ ਹੋ। ਕਹਿੰਦਾ ਮਹਾਰਾਜ ਜੀ ਉੱਥੇ 20 ਸਾਲ ਦੀ ਉਮਰੇ ਨਹੀਂ ਲਿਖੀ ਜਾਦੇ, ਤੇ ਇਹਨਾਂ ਦਾ ਵਾਧਾ ਕਿਵੇਂ ਹੁੰਦਾ ਹੋਊਗਾ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨਿਆ ਦੱਸ ਤਾਂ ਤੈਨੂੰ ਅਸੀਂ ਵੀ ਸਕਦੇ ਹਾਂ, ਪਰ ਇਉਂ ਕਰ ਤੈਨੂੰ ਜ਼ਿਆਦਾ ਵਿਸ਼ੇਸ਼ ਲਾਭ ਹੋਵੇਗਾ। ਜਾਂ ਪਿੰਡ 'ਚ ਜਾ ਕੇ ਪੁੱਛਿਆ, ਨਾਲੇ ਦੇਖ ਵੀ ਆਈ ਉੱਥੇ ਕੋਈ 20 ਸਾਲ ਤੋਂ ਬੜਾ ਬੰਦਾ ਹੈਗਾ ਕਿ ਨਹੀਂ ਹੈ। ਮਰਦਾਨਾ ਗਿਆ। ਸੱਥ ਦੇ ਵਿੱਚ ਬਜ਼ੁਰਗ ਬੈਠੇ ਨੇ 2-2 ਸਾਲ ਦੇ, 100-100 ਸਾਲ ਦੇ। ਹੈਰਾਨ ਹੋ ਗਿਆ ਮਰਦਾਨਾ। ਕਹਿਣ ਲੱਗਾ ਭਾਈ ਆ ਜਿਹੜੀਆਂ ਕਬਰਾਂ ਨੇ ਤੁਹਾਡੀਆਂ ਹੀ ਨੇ? ਕਹਿੰਦਾ ਹਾਂ ਸਾਡੀਆਂ ਹੀ ਨੇ ਭਾਈ। ਉਹ ਕਹਿੰਦੇ ਤੁਸੀਂ ਇੱਥੇ 100-100 ਸਾਲ ਦੇ, 200 ਸਾਲ ਦੇ ਬੈਠੇ ਹੋ, ਤੇ ਉੱਥੇ ਤਾਂ 20 ਸਾਲ ਤੋਂ ਜ਼ਿਆਦਾ ਉਮਰ ਨਹੀਂ ਹੈ ਕਿਸੇ ਦੀ। ਉਹ ਸਿਆਣੇ ਪ੍ਰੇਮੀ ਕਹਿੰਦੇ ਬੈਠ ਜਾਓ ਤੁਹਾਨੂੰ ਸਮਝਾ ਦਿੰਦੇ। 2 ਕਿਸਮ ਦੇ ਲੋਕ ਹੁੰਦੇ ਨੇ, ਇੱਕ ਨਾਸਤਿਕ, ਇੱਕ ਆਸਤਿਕ। ਨਾਸਤਿਕ ਤਾਂ ਕਹਿੰਦੇ ਰੱਬ ਹੈ ਹੀ ਨਹੀਂ, ਪਦਾਰਥ ਹੀ ਹੈ ਸਭ ਕੁਛ। ਜਿਹੜੇ ਆਸਤਿਕ ਨੇ ਉਹਨਾਂ ਦੀ ਭਾਵਨਾ ਵੀ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਹੈ, ਪਰਮੇਸ਼ਰ ਦੇ ਆਸਰੇ ਹੈ। ਜੇ ਕੋਈ ਕਰਤੱਵ ਕਰਦਾ, ਸਰੀਰ ਧਾਰ ਕੇ ਹੋਇਆ ਜਾਂ ਉਹਨੂੰ ਫਲ ਮਿਲਦਾ, ਉਹ ਆਸਤਿਕ ਰੱਬ ਨੂੰ ਮੰਨਦੇ ਨੇ। ਕਹਿੰਦੇ ਬੈਠ ਜਾਓ ਇਹਦਾ ਤੁਹਾਨੂੰ ਨਿਰਣਾ ਕਰਕੇ ਦੱਸ ਦਿਓ। ਸਾਰਾ ਹੀ ਪਿੰਡ ਆਸਤਿਕ ਹੈ, ਰੱਬ ਨੂੰ ਮੰਨਦੇ ਨੇ। ਕਹਿੰਦੇ ਅਸੀਂ ਜੋ ਸੰਗਤ ਕਰਦੇ ਹਾਂ ਜਾਂ ਭਜਨ ਕਰਦੇ ਹਾਂ, ਤੇ ਰਾਜ ਨੂੰ ਫਿਰ ਅਸੀਂ ਰੋਜ਼ ਨਾਮ ਤੇ ਲਿਖ ਕੇ ਪੈਂਦੇ ਹਾਂ, ਜਿਹਨੂੰ ਅੱਜ ਕੱਲ੍ਹ ਡਾਇਰੀ ਕਹਿੰਦੇ। ਅੱਗੇ ਬਈਆਂ ਵੀ ਕਹਿ ਦਿੰਦੇ ਸਨ। ਜਿਹੜਾ ਪਰਮੇਸ਼ਰ ਦੇ ਪਾਸੇ ਸਾਡਾ ਸਮਾਂ ਲੱਗਦਾ ਨਾ, ਉਹ ਅਸੀਂ ਲਿਖਦੇ ਹਾਂ। ਬਾਕੀ ਦੇ ਸਮੇਂ ਨੂੰ ਅਸੀਂ ਲੇਖੇ ਹੀ ਨਹੀਂ ਮੰਨਦੇ। ਬਸ ਉਹਦੀ ਕੋਈ ਕੀਮਤ ਨਹੀਂ ਪੈਣੀ ਪਰਲੋਕ ਦੇ ਵਿੱਚ। ਫਿਰ ਜਦ ਕੋਈ ਪ੍ਰਾਣੀ ਚੜ੍ਹਾਈ ਕਰਦਾ, ਜਦ ਉਹ ਚੜ੍ਹਾਈ ਕਰਦਾ, ਅਸੀਂ ਉਸ ਦਾ ਰੋਜ਼ ਨਾਮ ਜਾਂ ਉਹ ਬੁੱਕ ਹੈ ਜਿਹੜੀ ਉਹ ਚੱਕਦੇ ਹਾਂ। ਚੱਕ ਕੇ ਹਿਸਾਬ ਲਾ ਕੇ ਜਿਤਨੇ ਸਾਲ, ਮਹੀਨੇ, ਦਿਨ ਉਹਦੀ ਸੰਗਤ ਦੇ ਵਿੱਚ ਭਜਨ ਕਰਨ ਦੇ ਵਿੱਚ ਗੁਜ਼ਰੇ ਹੁੰਦੇ ਨੇ, ਉਹ ਅਸੀਂ ਲਿਖਦੇ ਹਾਂ। ਫਿਰ ਇਉਂ ਕਰਕੇ ਮਰਦਾਨਾ ਬੈਠੇ ਤਾਂ ਅਸੀਂ ਬਜ਼ੁਰਗਾਂ ਦੇਖ ਲਾ। ਹੋ ਇਸ ਤਰ੍ਹਾਂ ਦੇ ਨਾਲ ਮਨੁੱਖਾਂ ਦੇ ਪ੍ਰਾਪਤ ਹੋਈ ਆ ਗੁਰੂ। ਉਹ ਹਮੇਸ਼ਾ ਮਨ ਇੱਛਾ ਕਰਦਾ ਰਹਿੰਦਾ। ਜਦ ਇਹ ਨਿਰਛਿਤ ਅਵਸਥਾ ਦੇ ਵਿੱਚ ਚਲਿਆ ਜਾਊਗਾ, ਫਿਰ ਇਹਨੇ ਇੱਛਾ ਨਹੀਂ ਕਰਨੀ ਗਾਸੇ। ਜਾਣੀ ਹਾਂ ਕਰਕੇ ਇੱਛਾ ਨਹੀਂ ਕਰਨੀ ਹੈ, ਸੁਤੇ ਹੀ ਜੋ ਹੋਵੇਗਾ ਹੋਵੇਗਾ। ਤਾਂ ਫਿਰ ਇੱਕ ਸ਼ਾਹੂਕਾਰ ਸੀ, ਉਸ ਤੇ ਔਲਾਦ ਨਹੀਂ ਸੀ, ਉਸ ਨੂੰ ਇੱਛਾ ਸੀ ਪੁੱਤਰ ਦੀ। ਖੈਰ ਪੁੱਤਰ ਨਾ ਹੋਇਆ ਉਸਦੇ, ਤਾਂ ਫਿਰ ਉਸਨੇ ਇੱਕ ਸ਼ਰਮ ਬਣਾ ਦਿੱਤਾ, ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਵੀ ਪੁੱਤਰ ਤਾਂ ਹੈ ਨਹੀਂ, ਚਲੋ ਮਾਇਆ ਸਫਲੀ ਕਰ ਲੈਂਦੇ, ਇਸ ਤਰ੍ਹਾਂ ਨਾਲ ਪਰਲੋਕ ਸਿਵਰ ਜੇਗਾ। ਸੇਵਾ ਕਰਦਿਆਂ ਕਰਦਿਆਂ ਇੱਕ ਮਹਾਤਮਾ ਆ ਗਿਆ, ਸਿੱਧ ਮਹਾਤਮਾ। ਉਹਨੇ ਪੁੱਛਿਆ ਸੇਠ ਜੀ ਤੁਹਾਡੀ ਭਾਵਨਾ ਕੀ ਹੈ?
ਭਾਵਨਾ ਤਾਂ ਕਹਿੰਦੇ ਪੁੱਤਰ ਦੀ ਹੈ, ਪੁੱਤਰ ਹੋਇਆ ਨਹੀਂ। ਦੋਸਤੀ ਕਹਿੰਦੇ ਹੋਣਾ ਨਹੀਂ ਹੈ। ਮੈਂ ਕਿਹਾ ਵੀ ਚਲੋ ਪੁੰਨਦਾਨ ਹੀ ਕਰ ਦਿੰਦੇ ਆ ਮਾਇਆ ਨੂੰ। ਉਸ ਮਹਾਤਮਾ ਨੇ ਸੋਚਿਆ ਵੀ ਇਸਨੇ ਇਹ ਜਿਹੜੀ ਵਸਤੂ ਮਿਲਦੀ ਨਹੀਂ ਨਾ ਹੁੰਦੀ, ਇਹ ਪਿੱਛੇ ਇਸਦੇ ਕੋਈ ਮਾੜੇ ਕਰਮ ਕਰੇ ਹੁੰਦੇ ਨੇ, ਮਾੜੇ। ਇਹ ਜਦੇ ਭਜਨ ਪਾਠ ਕਰਦਾ ਨਾ, ਉਹ ਕਹਿੰਦੇ ਕੈਂਸਲ ਹੋ ਜਾਂਦੇ ਨੇ, ਫਿਰ ਕੱਟੇ ਜਾਂਦੇ। ਮਹਾਤਮਾ ਨੇ ਸੋਚਿਆ ਵੀ ਇਸ ਨੂੰ ਵਸਤੂ ਮਿਲਣੀ ਚਾਹੀਦੀ ਹੈ। ਕਹਿੰਦੇ ਸੇਠ ਜੀ ਗੁਰੂ ਭਲੀ ਕਰੇ, ਤੈਨੂੰ ਪੁੱਤਰ ਦੀ ਦਾਤ ਦੇ ਦੇਵੇ। ਗੁਰੂ ਸਾਹਿਬ ਜੀ ਨੇ ਲਿਖਿਆ, ਪੜੋ ਪ੍ਰੇਮ ਨਾਲ। ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ। ਗੁਰਬਾਣੀ ਦੇ ਵਿੱਚ ਵੀ ਦੱਸਿਆ ਗੁਰੂ ਸਾਹਿਬ ਜੀ ਨੇ ਬਈ ਚਾਰ ਖਾਣੀਆਂ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਅੰਡਿਆਂ ਤੋਂ, ਜ਼ੇਰ ਤੋਂ, ਧਰਤੀ ਚੋਂ, ਮੁੜਕੇ ਤੋਂ, ਆਜੂਆਂ। ਕਹਿੰਦੇ ਆਪਣੀ ਮਰਜ਼ਾਦਾ ਬਦਲ ਦੇਵੇ, ਪਰ ਜਿਹੜਾ ਗੁਰਸਿੱਖ ਦਾ ਬਚਨ ਹੋਵੇਗਾ ਨਾ ਉਹ ਨਹੀਂ ਟਲੇਗਾ। ਬਸ ਇਤਨੀ ਤਾਕਤ ਹੈ ਨਾਮ ਦੇ ਵਿੱਚ। ਤਾਂ ਫਿਰ ਬੱਚੇ ਦੀ ਮੈਦਵਾਰੀ ਹੋ ਗਈ। ਖੈਰ ਪੋਹ ਮਾਘ ਦਾ ਮਹੀਨਾ, ਸਠਾਣੀ ਨੂੰ ਫੁਰਨਾ ਹੋ ਗਿਆ ਖਰਬੂਜਾ ਖਾਣ ਦਾ। ਖਰਬੂਜੇ ਹੁੰਦੇ ਨਹੀਂ ਇੱਧਰ ਤਾਂ 12 ਮਹੀਨੇ 30 ਦਿਨ ਨੇ, ਹੁਣ ਤਾਂ ਆਪਣੇ ਤਾਂ ਸਮੇਂ ਨਾ ਹੁੰਦੇ ਨੇ ਉੱਧਰ ਤਾਂ। ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਬਹੁਤ ਢੂੰਡਿਆ, ਨਹੀਂ ਮਿਲਿਆ ਖਰਬੂਜਾ।
ਸੇਠ ਕੋ ਜ਼ਿਕਰ ਕਰਿਆ ਸਵਾਮੀ ਜੀ ਇਹ ਕਹਾਵਤ ਹੈ ਲੋਕਾਂ ਦੀ ਵੀ ਜਦ ਬੱਚਾ ਮਾਤਾ ਦੇ ਉਦਰ 'ਚ ਹੁੰਦਾ ਨਾ, ਜਿਹੇ ਜਿਹੇ ਉਹਦੇ ਖਿਆਲ ਹੋਣਗੇ ਉਹ ਬੱਚੇ ਤੇ ਭਰੇ ਜਾਂਦੇ ਨੇ। ਮੇਰਾ ਮਨ ਖਿਆਲ ਖਰਬੂਜਾ ਖਾਣ ਨੂੰ ਚਾਹੁੰਦਾ, ਐਸਾ ਨਾ ਹੋਵੇ ਪੁੱਤਰ ਆਪਣਾ ਸਾਰੀ ਉਮਰ ਖਰਬੂਜਿਆਂ ਨੂੰ ਹੀ ਭਟਕੀ ਜਾਵੇ। ਉਪਾਅ ਕਰੋ, ਕਿਤੋਂ ਨਾ ਮਿਲਿਆ। ਕਹਿੰਦੇ ਉਸੇ ਮਹਾਤਮਾ ਕੋ ਜਾਣਾ ਵੇ ਜਿਹਦੀ ਕਿਰਪਾ ਹੋਈ ਹੈ। ਕਹਿੰਦੇ ਮਹਾਂਪੁਰਸ਼ ਸਟਾਣੀ ਦੇ ਮਨ ਦੇ ਵਿੱਚ ਖਰਬੂਜਾ ਖਾਣ ਦਾ ਫੁਰਨਾ ਹੋ ਗਿਆ, ਕਿਰਪਾ ਕਰੋ, ਮਿਲਦਾ ਨਹੀਂ ਹੈ। ਉਹ ਮਹਾਂਪੁਰਸ਼ ਕਹਿੰਦੇ ਸੇਠ ਜੀ ਖਰਬੂਜਾ ਮਿਲ ਜਾਏਗਾ ਪਰ ਖੇਚਲ ਕਰਨੀ ਪਵੇਗੀ। ਸੇਠ ਕਹਿੰਦਾ ਦੱਸੋ ਜੀ, ਸਭ ਕੁਛ ਕਰਾਂਗੇ। ਕਹਿੰਦੇ ਇਉਂ ਕਰ ਫਿਰ, ਫਲਾਨੀ ਪਹਾੜੀ ਤੇ ਇੱਕ ਦੇਵਤਾ ਰਹਿੰਦਾ, ਜਾ ਉੱਥੋਂ ਤੈਨੂੰ ਖਰਬੂਜਾ ਮਿਲ ਜਾਵੇਗਾ। ਵੇਖ ਲਓ ਪਹਾੜਾਂ ਦੇ ਵਿੱਚ ਪੱਗ ਡੰਡੀਆਂ ਹੁੰਦੀਆਂ ਨੇ, ਪਹਾੜਾਂ ਦੇ ਵਿੱਚ ਰਸਤੇ ਨਹੀਂ ਹੁੰਦੇ। ਅੱਜ ਕੱਲ੍ਹ ਤਾਂ ਮਸ਼ੀਨਰੀ ਦਾ ਯੁੱਗ ਆ ਗਿਆ ਨਾ, ਪਹਾੜਾਂ ਦੇ ਵਿੱਚ ਵੀ ਸੜਕਾਂ ਬਣਾਤੀਆਂ, ਪੱਗ ਡੰਡੀਆਂ ਹੁੰਦੀਆਂ ਨੇ। ਸੇਠ ਹੌਲੀ ਹੌਲੀ ਘੁੰਮਦਾ ਘੁਮਾਉਂਦਾ, ਜਿੱਥੇ ਮਹਾਂਪੁਰਸ਼ਾਂ ਨੇ ਨਿਸ਼ਾਨੀ ਦੱਸੀ ਤੇ ਉੱਥੇ ਚਲਿਆ ਗਿਆ। ਚਾਰ ਦੀਵਾਰੀਆ ਬਹੁਤ ਵੱਡਾ ਦਰਵਾਜ਼ਾ, ਅੰਦਰ ਚਲੇਗਾ ਦਿਵ ਸਰੂਪ ਦੇਵਤਾ ਸੇਜਾ ਤੇ ਪਿਆ, ਜਿਹਨੂੰ ਆਪਾਂ ਅੱਜ ਕੱਲ੍ਹ ਬੈੱਡ ਕਹਿੰਦੇ ਆ। ਬੈੱਡ ਮੂਣੀਆਂ ਚਾਪੀ ਕਰਦੀਆਂ ਨੇ, ਨੌਕਰ ਭੱਜੇ ਫਿਰਦੇ ਨੇ, ਉਹ ਵੀ ਸੂਖਮ ਨੇ ਸਾਰੇ। ਦੇਵ ਲੋਕ ਦੇ ਵਿੱਚ ਸੂਖਮ ਠਾਠ ਹੈ ਸਾਰਾ। ਤਾਂ ਉਹ ਮਹਾਤਮਾ ਨੇ ਕਿਹਾ ਬਈ ਦੇਵਤੇ ਨੂੰ ਸਾਡੀ ਨਮਸਕਾਰ ਕਰ ਦੇਣੀ, ਫਤਿਹ ਜਾਂ ਰਾਮ ਰਾਮ ਜੋਗ ਸੁਣਦਾ ਹੈ। ਤਾਂ ਜਾ ਕੇ ਸੇਠ ਨੇ ਰਾਮ ਰਾਮ ਬੁਲਾਈ, ਮਹਾਤਮਾ ਦਾ ਨਾਮ ਲੈ ਕੇ। ਉਹ ਦੇਵਤਾ ਕਹਿੰਦਾ ਕਿਸ ਤਰ੍ਹਾਂ ਆਏ ਹੋ ਸੇਠ ਜੀ, ਕਿਵੇਂ ਘੱਲਿਓ ਮਹਾਤਮਾ ਨੇ। ਸਾਰੀ ਵਾਰਤਾ ਦੱਸੀ ਬਈ ਮਹਾਰਾਜ ਜੀ ਇਸ ਤਰ੍ਹਾਂ ਕਰਕੇ ਮੈਂ ਤਾਂ ਖਰਬੂਜਾ ਲੈਣ ਆਇਆ, ਖਰਬੂਜਾ। ਸੇਠ ਜੀ ਕਹਿੰਦੇ ਖਰਬੂਜੇ ਬਹੁਤ ਨੇ, ਜਿੰਨੇ ਮਰਜ਼ੀ ਲੈ ਜਾਓ। ਇਸ ਮੰਦਰ ਦੇ ਪਿਛਲੇ ਪਾਸੇ ਚਲੇ ਜਾਓ, ਜਿੰਨੀ ਤੁਹਾਨੂੰ ਲੋੜ ਆ ਖਰਬੂਜੇ ਤੋੜ ਲਿਆਓ। ਜਦ ਉਹਨੇ ਜਾ ਕੇ ਦੇਖਿਆ ਬਾੜੇ ਹੀ ਬਾੜੇ ਲੱਗੇ ਖਰਬੂਜਿਆਂ ਦੇ ਉੱਥੇ। ਸੇਠ ਹੈਰਾਨ ਹੋ ਗਿਆ, ਖੈਰ ਉਹਨੂੰ ਤਾਂ ਇੱਕ ਖਰਬੂਜੇ ਦੀ ਲੋੜ ਸੀ, 5-4 ਲੈ ਲਏ ਹੋਣੇ ਨੇ। ਆ ਗਿਆ ਹੁਣ ਨਮਸਕਾਰ ਕਰੀ, ਛੁੱਟੀ ਮੰਗੀ ਆਉਣ ਦੀ। ਉਹ ਜਿਹੜਾ ਦੇਵਤਾ ਸੀ ਉਹ ਕੀ ਕਹਿੰਦਾ ਸੇਠ ਨੂੰ, ਕਹਿੰਦਾ ਸਾਡੀ ਵੀ ਰਾਮ ਰਾਮ ਮਹਾਤਮਾ ਨੂੰ ਬੁਲਾ ਦੇਣੀ। ਤਨ ਮਾਤ ਲੋ ਤਨ ਮਨੁੱਖਾ ਤੇ, ਇਹ ਉਸਨੇ ਗੱਲ ਕਹੀ ਬੜੋ ਪ੍ਰੇਮ ਦੇ ਨਾਲ। ਜਿਹੜੀ ਜਿਹੀ ਨੂੰ ਲੋਚਦੇ, ਜਿਹੜੀ ਆਪਾਂ ਨੂੰ ਮਿਲੀ ਹੋਈ ਆ, ਕੋਈ ਦੇ ਮੇਰੇ ਬੰਦੇ, ਜਿਹੜੀ ਨੂੰ ਲੋਚਦੇ, ਕੋਈ ਦੇ ਮੇਰੇ ਬੰਦੇ।
ਜਦੋਂ ਦੇਵਤੇ ਨੇ ਇਤਨੀ ਗੱਲ ਕੀ, ਮਾਤ ਲੋਕ ਨੂੰ ਵਡਿਆਇਆ, ਤਾਂ ਉਹ ਸੇਠ ਹੈਰਾਨ ਹੋ ਗਿਆ। ਸੋਚਦਾ ਹੁੰਦਾ ਬਈ ਜਿਹੜੀ ਮਾਤ ਲੋਕ ਦੇ ਪਦਾਰਥ ਉਹ ਤਾਂ ਕੌਡੀ ਵੱਤ ਨੇ, ਇਹ ਦੇਵ ਲੋਕ ਦੇ ਪਦਾਰਥ ਮੋਹਰ ਵੱਤ ਨੇ, ਇਹਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਕਿਉਂ ਵਡਿਆਇਆ? ਖੈਰ ਇਸ ਤਰ੍ਹਾਂ ਉਹਨੇ ਕਿਹਾ ਵੀ ਮਹਾਂਪੁਰਸ਼ਾਂ ਨੂੰ ਪੁੱਛਾਂਗੇ। ਚੱਲ ਆ ਗਿਆ, ਖਰਬੂਜਾ ਦੇ ਦਿੱਤਾ, ਫੁਰਨਾ ਦੂਰ ਹੋ ਗਿਆ। ਸੇਠ ਮਹਾਤਮਾ ਕੋ ਗਿਆ, ਮਹਾਰਾਜ ਜੀ ਜਿਵੇਂ ਤੁਸੀਂ ਕਿਹਾ ਉਸੇ ਤਰ੍ਹਾਂ ਹੋਇਆ, ਪਰ ਮੈਨੂੰ ਇੱਕ ਸ਼ੰਕਾ ਪੈਦਾ ਹੋ ਗਿਆ। ਮਹਾਤਮਾ ਕਹਿੰਦੇ ਕੀ ਸ਼ੰਕਾ ਹੈ? ਕਹਿੰਦਾ ਜਦ ਮੈਂ ਆਉਣ ਲੱਗਿਆ ਨਾ ਉੱਥੋਂ, ਉਹ ਦੇਵਤਾ ਮੈਨੂੰ ਕਹਿੰਦਾ ਬਈ ਤਨ ਹੈ ਮਾਤ ਲੋਕ, ਤਨ ਹੈ ਮਨੁੱਖਾ ਦੇ। ਇਹ ਤਾਂ ਮਾਤ ਲੋਕ ਔਰ ਮਨੁੱਖਾ ਦੇ ਤਾਂ ਦੇਵ ਲੋਕ ਦੇ ਪਦਾਰਥਾਂ ਦੀ ਇੱਕ ਕੌਡੀ ਵੱਤ ਵਾ, ਮੋਹਰ ਵੱਤ ਆ, ਉਹਨੇ ਕੌਡੀ ਨੂੰ ਕਿਉਂ ਵਡਿਆਇਆ? ਕਹਿੰਦੇ ਨਿਰਣਾ ਤਾਂ ਤੇਰਾ ਅਸੀਂ ਵੀ ਦੂਰ ਕਰ ਦਾਂਗੇ ਸੇਠ ਜੀ, ਥੋੜੀ ਜਿਹੀ ਖੇਚਲ ਕਰ। ਉਹ ਉਹਨਾਂ ਕੋਲੋਂ ਪੁੱਛ ਕੇ ਆ ਇਹ ਗੱਲ, ਚਲਿਆ ਗਿਆ। ਦੇਵਤਾ ਕਹਿੰਦਾ ਸੇਠ ਜੀ ਫੇਰ ਆ ਗਏ। ਕਹਿੰਦਾ ਮਹਾਰਾਜ ਜੀ ਤੁਸੀਂ ਕਿਹਾ ਸੀ ਧੰਨਾ ਮਾਤ ਲੋਕ, ਧੰਨਾ ਮਨੁੱਖਾ ਦੇ, ਇਹ ਦੇਵ ਲੋਕ ਦੇ ਪਦਾਰਥ ਤਾਂ ਮੋਹਰ ਵੱਤ ਨੇ, ਤੁਸੀਂ ਕੌਡੀ ਨੂੰ ਕਿਉਂ ਵਡਿਆਇਆ? ਕਹਿੰਦਾ ਬੈਠ ਜਾ। ਕਹਿੰਦਾ ਜੋ ਕੁਛ ਤੂੰ ਦੇਖਦਾ ਨਾ, ਖਰਬੂਜੇ ਦੇਖੇ ਨੇ ਬਾੜੇ, ਜੋ ਆ ਮਹਿਲ ਨੇ ਮਹਿੜੇ ਤੇ ਆਪਣੇ ਆ ਹੋਰ ਮੋਹਣੀਆਂ ਆਦਿਕਾ ਜਿਹੜੇ ਕਰ ਰਿਹਾ ਜੋ ਕੁਛ, ਕਹਿੰਦਾ ਵੀ ਮਨੁੱਖਾ ਦੇ ਵਿੱਚ ਮੇਰੇ ਪੁੰਨ ਕਰੇ ਹੋਏ ਨੇ, ਪਰ ਜਿਹੜੀ ਗੱਲ ਮੈਂ ਦੇ ਮਨੁੱਖਾ ਸਰੀਰ ਦੇ ਸੰਬੰਧ ਕਰਕੇ ਕਰਨੀ ਸੀ ਨਾ, ਉਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ। ਦੇਖਿਓ ਕਿਤੇ ਸੁਰਗ ਦੀ ਇੱਛਾ ਰੱਖ ਲਓਗੇ, ਤੜਫਦੇ ਨੇ ਬੈਠੇ ਉੱਥੇ। ਮਾਇਆ ਦੇ ਵਿੱਚ ਵੀ ਕਦੇ ਸੁੱਖ ਹੋਇਆ? ਉੱਥੇ ਥੋੜਾ ਜਿਹਾ ਜ਼ਿਆਦਾ ਸੁੱਖ ਆ, ਹੋਰ ਗੱਲ ਤਾਂ ਸ਼ਾਂਤੀ ਤਾਂ ਹੈ ਹੀ ਨਹੀਂ ਸੁਰਗਾਂ ਦੇ ਵਿੱਚ ਵੀ। ਕਹਿੰਦਾ ਲੈ ਸੁਣ ਲਾ, ਮੈਂ ਤਾਂ ਤੜਫਦਾ, ਮੈਨੂੰ ਮਨੁੱਖਾ ਦੇ ਮਿਲ ਜਾਵੇ, ਮੈਂ ਤਾਂ ਫਿਰ ਪਰਮੇਸ਼ਰ ਦੀ ਬੰਦਗੀ ਕਰਾਂ ਨਿਰਛਿਤ ਹੋ ਕੇ, ਤੇ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵਾਂ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਤੇ ਗਿਰਨਾ ਔਰ ਫਿਰਨਾ ਨਹੀਂ ਉੱਥੇ ਹੈ। ਕਹਿੰਦਾ ਲੈ ਸੁਣ ਲਾ ਖਰਬੂਜਿਆਂ ਬਾਬਤ। ਕਹਿੰਦਾ ਮੈਂ ਛੋਟਾ ਜਿਹਾ ਸੇਠ ਜਾਤੀ, ਮੈਂ 5-7 ਹਜ਼ਾਰ ਰੁਪਈਆ ਸੀ ਮੇਰੇ ਕੋਲ। ਕਹਿੰਦਾ ਬਣਜ ਬੱਟੂ ਵੀ ਚੱਲਦਾ ਸੀ ਮੇਰਾ, ਜਿਹਨੂੰ ਆਪਾਂ ਵਿਆਜ ਕਹਿ ਦਿੰਦੇ, ਸੂਦ ਵੀ ਕਹਿ ਦਿੰਦੇ ਨੇ, ਅੱਜ ਕੱਲ੍ਹ ਬੈਂਕਾਂ ਕਹਿਤੀ। ਕਹਿੰਦਾ ਮੈਂ ਫਿਰ ਲੋਹੜੀ ਨਿਵਾਣੀ ਸਾਫ਼ ਕਰ ਦਿੰਦੇ ਸੀ ਪਿੰਡਾਂ ਦੇ ਵਿੱਚ, ਕਿ ਦਾਣੇ ਆ ਜਾਂਦੇ ਸੀ ਨਾ ਹਾੜੀ ਦੇ। ਕਹਿੰਦਾ ਮੇਰਾ ਬਣੌਤਾ ਸੀ ਕਿ ਉਹਦੇ ਨਾਲ ਮੈਂ ਸਾਫ਼ ਕਰਨ ਜਾਣਾ ਸੀ। ਜੇਠ ਹਾੜ ਦਾ ਮਹੀਨਾ, ਮੈਂ ਇੱਕ ਨਾਲ ਨੌਕਰ ਲੈ ਲਿਆ ਵੀ ਚਲੋ ਸਾਜਰੇ ਚੱਲਦੇ। ਜੇਠ ਹਾੜ ਦਾ ਮਹੀਨਾ, ਖਰਬੂਜਿਆਂ ਦਾ ਟਾਈਮ ਸੀ। ਇੱਕ ਜ਼ਿਮੀਂਦਾਰ ਦਾ ਬਾੜਾ ਸੀ, ਕਿਸੇ ਰਾਹੀ ਨੇ ਖਰਬੂਜਾ ਤੋੜ ਲਿਆ, ਉਹਨੇ ਫੜ ਲਿਆ ਤੇ ਚਾਟਾ ਛਕਾਉਣਾ ਸ਼ੁਰੂ ਕਰਤਾ। ਉਹ ਲੇਰਾ ਮਾਰਦਾ, ਜਾਨੂੰ ਅਸੀਂ ਵੀ ਚਲੇ ਗਏ। ਮੇਰਾ ਮਨ ਪੁੰਨ ਜਿਹੜਾ ਕਰਦਾ ਉਹਦਾ ਮਨ ਨਰਮ ਹੁੰਦਾ, ਜਿਹੜਾ ਪੁੰਨ ਕਰਦਾ ਹੁੰਦਾ। ਜਿਹੜਾ ਪਾਪ ਕਰਦਾ ਉਸ ਦਾ ਮਨ ਹੁੰਦਾ ਕਠੋਰ। ਮੈਂ ਕਿਹਾ ਵੀ ਇਹ ਪ੍ਰੇਮੀ ਨੂੰ ਕਿਉਂ ਕੁੱਟਦਾ? ਕਹਿੰਦਾ ਕੁੱਟਾ ਨਾ, ਮੇਰਾ ਖਰਬੂਜਾ ਤੋੜ ਲਿਆ। ਕਹਿੰਦਾ ਗਲਤੀ ਦਾ ਜੀ ਥੋੜੀ ਆ, ਸਜ਼ਾ ਬਹੁਤ ਦੇ ਦਿੱਤੀ। ਕਹਿੰਦਾ ਬਹੁਤਾ ਆ ਗਿਆ ਦਿਲੂ ਤੋਂ, ਜਾਣਦੇ ਹੀ ਆਪਾਂ ਜੱਟਾਂ ਨੂੰ ਅੱਜ ਕੱਲ੍ਹ। ਹੁਣ ਥੋੜੇ ਜਿਹੇ ਸਿਆਣੇ ਹੋ ਗਏ ਜ਼ਿਮੀਂਦਾਰ ਵੀ, ਪੜ੍ਹ ਲਿਖ ਗਏ ਨਾ, ਅੱਗੇ ਨਹੀਂ ਸੀ। ਹੈ ਖੋੜੇ ਪਟਿਆ ਮੂੰਹ ਹੈ ਜ਼ਿਮੀਂਦਾਰ ਦਾ, ਔਰਾ ਕਿੱਧਰ ਨੂੰ ਬੋਲੇ। ਉਹ ਕਹਿੰਦਾ ਜੇ ਬਹੁਤਾ ਦਿਆਲੂ ਹੈ ਤੂੰ ਤਾਂ ਫਿਰ ਆ ਬਾੜਾ ਦਾਨ ਕਰਦੇ ਖਰਬੂਜਿਆਂ ਦਾ ਗਰੀਬਾਂ ਨੂੰ। ਕਹਿੰਦਾ ਦਾਨ ਕਰਨ ਦਾ ਮੇਰਾ ਸੁਭਾਅ ਹੀ ਸੀ। ਮੈਂ ਕਿਹਾ ਵੀ ਮੁੱਲ ਦੱਸ। ਕਹਿੰਦਾ 20 ਰੁਪਈਏ। ਮੈਂ ਕੱਢ ਕੇ 20 ਰੁਪਈਏ ਦੇ ਹੱਥ 'ਚ ਫੜਾ ਤੇ ਗਰੀਬਾਂ ਦੇ ਦਾ ਘਰ ਸਨ। ਮੈਂ ਆਵਾਜ਼ ਦੇਤੀ, ਗਰੀਬ ਆਏ, ਸਾਰਾ ਪੱਟ ਕੇ ਲੈ ਗਏ ਬਾੜਾ ਹੀ। ਖਰਬੂਜੇ ਵੀ, ਬੇਲਾਂ ਵੀ ਪਸ਼ੂਆਂ ਨੂੰ ਪਾਤੀਆਂ।
ਕਹਿੰਦਾ ਇੱਕੋ ਹੀ ਬਾੜਾ ਦਾਨ ਕਰਿਆ ਹੋਇਆ ਮਨੁੱਖਾ ਦੇ ਵਿੱਚ, ਇੱਥੇ ਮੈਂ ਨਾ ਦਾਨ ਕਰ ਸਕਦਾ ਨਾ ਮੈਨੂੰ ਸ਼ਾਂਤੀ ਹੈ। ਆਹ ਦੇਖ ਲਾ 12 ਮਹੀਨੇ 30 ਦਿਨ ਐਵੇਂ ਹੀ ਪੱਕੀ ਜਾਂਦੇ ਨੇ ਬਸ ਇੱਥੇ। ਆਹ ਹੋਰ ਦੇਖ ਲਾ ਜੋਗ ਸਮੇਰਾ ਕਰਿਆ ਹੋਇਆ ਪੁੰਨ, ਪਰ ਮੇਰਾ ਮਨ ਐਂ ਜਲਦਾ ਜਿਵੇਂ ਭੱਠ 'ਚ ਦਾਣਾ ਜਲਦਾ ਹੁੰਦਾ, ਸ਼ਾਂਤੀ ਨਹੀਂ। ਜਿਵੇਂ ਆਪਾਂ ਜੇ ਆਪਣਾ ਭਰਾ ਆਪਾਂ ਤੇ ਥੋੜਾ ਜਿਹਾ ਗਾਹਾਂ ਲੱਗ ਗਿਆ ਨਾ, ਆਪਾਂ ਫਿਰ ਸੜਨ ਲੱਗ ਜਾਂਦੇ ਹਾਂ। ਸੜਦੇ ਆ ਨਾ ਵੀ ਇਹਦੇ ਕੋ ਕਿਉਂ ਜ਼ਿਆਦੇ ਹੋ ਗਈ, ਇਹਨੇ ਕਿਉਂ ਛਾਪਾਂ ਬਣਾ ਲਈਆਂ। ਉਧਰ ਦੁਕਾਨਾਂ ਕਹਿੰਦੇ ਨੇ ਇੱਕੋ ਹੀ ਗੱਲ ਹੋਇਆ, ਜ਼ਮੀਨਾਂ ਕਹਿੰਦੇ ਨੇ ਹੋਰ ਟਰੱਕ ਸ਼ਰੱਕ ਜਿਹੇ ਹੁੰਦੇ ਨੇ। ਜਿਹੜਾ ਹੈਗਾ ਨੀਵਾਂ ਉਹਨੂੰ ਦੇਖ ਕੇ ਹੰਕਾਰ ਕਰਦੇ ਆ ਵੀ ਮੇਰੇ ਮੂਹਰੇ ਕੀ ਹੈ ਇਹ, ਰੋਟੀ ਤਾਂ ਇਹਨੂੰ ਮਿਲਦੀ ਨਹੀਂ ਹੈ। ਇਹ ਉੱਥੇ ਵੀ ਬਣੀ ਰਹਿੰਦੀ ਆ ਸੁਰਗ ਲੋਕ ਦੇ ਵਿੱਚ ਵੀ। ਕਹਿੰਦਾ ਮੈਨੂੰ ਇੱਥੇ ਆ ਕੇ ਸੋਝੀ ਆਈ ਹੈ ਸੇਠ ਜੀ, ਮੇਰਾ ਮਨ ਹੁਣ ਮਨੁੱਖਾ ਦੇ ਦੀ ਕਦਰ ਕਰਦਾ ਵੀ ਜੇ ਕਿਤੇ ਮੈਂ ਮਨੁੱਖਾ ਦੇ ਵਿੱਚ ਨਿਰਛਿਤ ਭਜਨ ਕਰਦਾ ਤੇ ਫਿਰ ਮੈਂ ਪਰਮੇਸ਼ਰ ਨੂੰ ਮਿਲ ਜਾਂਦਾ। ਆਓ ਗੁਰੂ ਸਾਹਿਬ ਜੀ ਇਸ ਗੱਲ ਦੀ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ। ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ਼ ਦੇਹੀ ਪਾਈ। ਜਾ ਤੂੰ ਗੁਰੂ ਦੀ ਸੇਵਾ ਔਰ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ ਨਾ, ਫਿਰ ਤੂੰ ਗੁਰੂ ਦੇ ਲੋਕ ਨੂੰ ਚਲਿਆ ਜਾਵੇਂਗਾ। ਇਸ ਸਰੀਰ ਨੂੰ ਆਏ ਗੁਰਸਿੱਖ ਜਿਹੜਾ ਤੈਨੂੰ ਮਿਲਿਆ ਹੋਇਆ ਨਾ, ਇਸ ਨੂੰ ਤਾਂ ਦੇਵਤੇ ਵੀ ਬੇਤਾਬ ਨੇ, ਤੈਨੂੰ ਮਿਲਿਆ ਹੋਇਆ ਤੂੰ ਪੱਬਾਂ ਦੇ ਵਿੱਚ ਫਿਰਦਾ। ਦੱਸ ਫਿਰ ਤੇਰਾ ਭਲਾ ਕਿੱਥੇ ਹੋਵੇਗਾ? ਗੁਰੂ ਤੇਰੀ ਬਾਂਹ ਕਿਵੇਂ ਫੜੇਗਾ? ਤਾਂ ਗੁਰੂ ਕੰਨੀ ਕੰਧ ਕਰ ਲਈ। ਆਓ ਇਸ ਤਰ੍ਹਾਂ ਦੇ ਨਾਲ ਮਨੁੱਖਾ ਦੇ ਪ੍ਰਾਪਤ ਹੋਈ ਆ ਗੁਰਮੁਖੋ। ਹੌਲੀ ਹੌਲੀ ਗੁਰੂ ਵਾਲੇ ਬਣ ਕੇ ਉਹ ਨਿਰਾਕਾਰ ਜੋ ਵਾਹਿਗੁਰੂ ਹੈ ਨਾ, ਉਹਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰੋ। ਆਓ ਅਬ ਟਾਈਮ ਹੋ ਗਿਆ, ਕੱਲ੍ਹ ਨੂੰ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦੇ ਵਿੱਚ ਬੋਲੋ, ਫਿਰ ਆਪਾਂ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਸ਼ੀਤ ਪ੍ਰਸ਼ਾਦ ਲੈ ਕੇ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਗਾਵੋ ਹਰੀ ਤੇਰਾ ਮਨ ਨਿਵਸਾਇਆ। ਹਰ ਨਾਲ ਰੋ ਮਨ ਮੇਰੇ ਦੁਖ ਦਾ ਉਤਾਰਾ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਗੁਰੂ ਰਾਮਦਾਸ ਜੀ ਧਨ ਧਨ ਹੈ ਧਨ ਹੈ ਧਨ ਗੁਰੂ ਅਰਜਨ ਸਾਹਿਬ ਧਨ ਗੁਰੂ ਹਰਗੋਬਿੰਦ ਸਾਹਿਬ ਧਨ ਧਨ ਹੈ ਧਨ ਹੈ ਧਨ ਸ੍ਰੀ ਹਰਿ ਰਾਏ ਜੀ ਧਨ
ਠਾਕਰ ਤੁਮ ਪੈ ਸਾਰੇ ਪ੍ਰੇਮੀ ਸੁਬਾਹ 10 ਵਜੇ ਤੋਂ ਬਾਬਾ ਅਤਰ ਸਿੰਘ ਮਹਾਰਾਜ ਦੀ ਯਾਦ ਅੰਦਰ ਗੁਣੀ ਗਿਆਨੀ ਪ੍ਰਚਾਰਕ ਬਹੁਤ ਕਥਾ ਕੀਰਤਨ ਸੁਣਾਉਂਦੇ ਰਹੇ। ਆਓ ਅਬ ਜੋ ਟਾਈਮ ਹੈ ਜੋ ਗਿਆਨੀ ਜੀ ਨੇ ਹਟਣ ਵੇਲੇ ਦੱਸਿਆ ਬਈ ਮੇਰਾ ਜਿਹੜਾ ਖਿਆਲ ਹੈ ਜਿੱਧਰ ਨੂੰ ਚੱਲ ਜਾਵੇ ਫਿਰ ਉੱਧਰ ਹੀ ਚੱਲੀ ਜਾਂਦਾ। ਹੁਣ ਆਪਾਂ ਨੇ ਇਹਨਾਂ ਦਾ ਵਚਨ ਮੰਨਣਾ। ਮੈਂ ਸੰਪਰਤਾ ਦੀ ਹੀ ਗੱਲ ਸੁਣਾਵਾਂਗਾ ਜੋ ਸੁਣਾਵਾਂਗਾ। ਆਓ ਜਿਹੜੀ ਸੰਪਰਤਾ ਗੁਰਮੁਖੋ ਗੁਰੂ ਸਾਹਿਬ ਜੀ ਨੇ ਵੀ ਸਿੱਖ ਦੇ ਨਿਤ ਕਰਮ ਲਿਖੇ ਨੇ ਗੁਰਬਾਣੀ ਦੇ ਵਿੱਚ। ਇਹ ਜਿਹੜੀ ਸੰਪਰਦਾ ਇਹ ਸਿੱਖ ਸੰਪਰਦਾ ਹੈ। ਆਓ ਗੁਰੂ ਸਾਹਿਬ ਜੀ ਨੇ ਲਿਖਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਪਲਕੇ ਉਠਰ ਨਾਮ ਧਿਆਵੈ। ਜਿਹੜਾ ਗੁਰੂ ਦਾ ਸਿੱਖ ਹੋਇਆ ਨਾ, ਗੁਰੂ ਦਾ ਸਿੱਖ ਕੌਣ ਸੀ? ਭਾਈ ਦਿਆਰ ਸਿੰਘ। 2 ਵਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸ਼ੇਰ ਨਾਮ ਦਾ ਸਿਮਰਨ ਕਰਦਾ ਸੀ ਗੁਰਮੁਖੋ। ਆਓ ਇਹ ਗੁਰੂ ਦਾ ਹੁਕਮ ਹੈ ਸਿੱਖ ਵਾਸਤੇ। ਹੋਰ ਜਿਹੜੇ ਵਿਹਾਰ ਆਦਿਕ ਨੇ ਉਹ ਸਰੀਰ ਨਾਲ ਕਰੀਦੇ ਹੁੰਦੇ ਹਨ। ਆਓ ਅੰਮ੍ਰਿਤ ਵੇਲਾ ਮਹੂਰਤ ਦਾ ਟਾਈਮ